तुम ठाकुर तुम पहरदास, जियो पिंड सब तेरी रास। तुम माता पिता तुम माता पिता हम बारक तेरे, तुमरी कृपा में है सुख कनेरे। कोई न जाने तुमरा अंत, ऊंचे ते ऊंचा भगवन, सगल स्वर्गे तुमरे सुतर तारी। तुम ते हुए सो आज्ञाकारी, तुमरी गगन तुम ही जानी। तुमरी गगन तुम ही जानी, नानक दास सदा कुर्बानी। जी तू मेरा पिता तू है मेरा माता, तू मेरा पिता तू है मेरा माता। तू मेरा पिता तू है मेरा माता, तू मेरा पिता तू है मेरा माता। तू मेरा तू है मेरा माता, तू मेरा पिता तू है मेरा माता। तू मेरा पिता तू है मेरा माता। तू मेरा पिता तू है मेरा माता, तू मेरा पिता तू है मेरा माता। तू मेरा पिता है मेरा, तू मेरा तू मेरा बंधप, तू मेरा प्यार, तू मेरा बंधप, तू मेरा प्यार। तू मेरा बंधप, तू मेरा प्यारा, तू मेरा बंधप, तू मेरा बंधप, तू मेरा प्राता। तू मेरा बंधप, तू मेरा प्राता। तू मेरा बंधप, तू मेरा प्राता। तू मेरा बंधप, तू मेरा भ्राता। तू मेरा बंधप, तू मेरा भ्राता। तू मेरा बंधप, तू मेरा राजा सब नीचा। तू मेरा राजा सब नीचा। तू मेरा राखा सदनी थारी। तू मेरा राखा सदनी थारी। तू मेरा सबनी हाँ, तू मेरा राखा सदनी थारी। तू मेरा राजा सबनी थारी। तू मेरा राजा सबनी थारी। तू मेरा राखा सबनी थारी। तू मेरा राखा सबनी थारी।
सबनी थाई पापों के हर काढ़ा दियो, 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 पापों के हर पढ़ो पापों तू मेरा पिता, तू है मेरा माता, 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 है मेरा माता। तू मेरा पिता, तू है मेरा माता, तू मेरा बंधव, तू मेरा भ्राता, तू मेरा राखा सबनी थाई तां पौ के हा काढ़ा जियो। सत्कारयोग गुरु रूप गुरु प्यारी साध संगत जी, जिन्ने भी सतसंगी जन गुरु ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਮਹੀਨਾਵਾਰੀ ਦਿਹਾੜਾ ਦਸਵੀਂ ਨੂੰ ਮਨਾਉਂਦਿਆਂ ਹੋਇਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ। ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ, ਪਿਆਰ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਕਿਰਪਾ ਮਹਿਰਾਮਤ ਬਖਸ਼ਿਸ਼ ਆਪਾਂ ਦੇ ਕੀਤੀ ਹੈ ਕਿ ਜੋ ਮਹਾਰਾਜ ਸਾਹਿਬ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਅਕਸਰ ਹੀ ਆਪਾਂ ਵਿਚਾਰ ਕਰਦੇ ਹਾਂ ਕਿ ਸਤ ਸੰਗਤ ਦੇ ਵਿੱਚ ਆ ਕੇ ਮਨੁੱਖਾ ਜੀਵਨ ਦੀ ਘਾੜਤ ਘੜੀ ਜਾਂਦੀ ਹੈ। ਸੰਗਤ ਦੇ ਵਿੱਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ, ਸਤਿਗੁਰੂ ਜੀ ਦੇ ਇਤਿਹਾਸ ਤੋਂ, ਮਹਾਂਪੁਰਖਾਂ ਦੇ ਇਤਿਹਾਸ ਤੋਂ ਔਰ ਜੋ ਵੀ ਆਪਾਂ ਵਿਚਾਰਾ ਕਰਦੇ ਹਾਂ ਇਹਦੇ ਤੋਂ ਜੀਵਨ ਦੀ ਸੇਧ ਲੈਣੀ ਹੁੰਦੀ ਹੈ। ਔਰ ਫਿਰ ਇਹ ਜਿਹੜੇ ਬਚਨ ਸਤਿਗੁਰੂ ਜੀ ਬੋਲਦੇ ਹੈ, ਇਹਨਾਂ ਨੂੰ ਤੁਸੀਂ ਮੈਂ ਆਪਾਂ ਸਾਰਿਆਂ ਨੇ ਆਪਣੇ ਜੀਵਨ ਦੇ ਵਿੱਚ ਵਸਾਉਣਾ ਹੁੰਦਾ ਹੈ। ਤਾਂ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਆ ਸੁਣਿਆ। ਇੱਥੋਂ ਤੱਕ ਆਪਾਂ ਸਾਰੇ ਆਖੋ ਵਾਹਿਗੁਰੂ ਸੁਣ ਰਹੇ ਹਾਂ ਬੈਠ ਕੇ, ਪਰ ਇੱਥੇ ਵੀ ਕਈਆਂ ਦਾ ਜਿਹੜਾ ਦਿਮਾਗ ਹੈ ਉਹ ਬੈਠਿਆਂ ਬੈਠਿਆਂ ਬਾਹਰ ਨਿਕਲ ਜਾਂਦਾ। ਆਖੋ ਵਾਹਿਗੁਰੂ। ਜੇ ਤੁਸੀਂ ਪਿਛਲੇ ਹਫ਼ਤੇ ਦਾ ਕੀਰਤਨ ਨਾਲ ਜੋੜ ਲਓ ਤਾਂ ਸਾਧ ਸੰਗਤ ਜੀ ਫਿਰ ਸੁੱਤੇ ਸਿੱਧ ਪਤਾ ਲੱਗ ਜਾਏਗਾ ਵੀ ਅੱਖਾਂ ਰਾਹੀਂ ਕੰਨਾਂ ਰਾਹੀਂ ਆਪਾਂ ਬੈਠੇ ਕਿਤੇ ਹੁੰਨੇ ਆ ਪਰ ਆਪਾਂ ਬਾਹਰ ਨਿਕਲ ਜਾਂਦੇ ਹਾਂ। ਆਖੋ ਵਾਹਿਗੁਰੂ। ਕਈ ਵਾਰ ਕੋਈ ਬੰਦਾ ਆਪਾਂ ਨੂੰ ਆਪਣੀ ਗੱਲ ਸੁਣਾ ਰਿਹਾ ਹੁੰਦਾ ਹੈ, ਆਪਣਾ ਧਿਆਨ ਵਿੱਚੋਂ ਗਾਇਬ ਹੁੰਦਾ ਹੈ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨੇ ਕੋਲ ਬਹਿ ਕੇ ਬੋਲ ਕੀ ਦਿੱਤਾ। ਤੋ ਧਿਆਨ ਜਿਹੜਾ ਹੈ ਉਹ ਜ਼ਰੂਰੀ ਹੋਣਾ ਚਾਹੀਦਾ ਹੈ। ਤਾਂ ਹੀ ਮਹਾਰਾਜ ਸਾਹਿਬ ਕਹਿੰਦੇ ਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀ, ਕਿ ਚਿੱਤ ਨੂੰ ਇਕਾਗਰ ਕਰਕੇ, ਧਿਆਨ ਨੂੰ ਇਕਾਗਰ ਕਰਕੇ। ਤਾਂ ਸੁਣਿਆ, ਜਦੋਂ ਸੁਣਨਾ ਹੈ ਕਹਿੰਦੇ ਬਿਲਕੁਲ ਇਕਾਗਰ ਚਿੱਤ ਹੋ ਕੇ। 4 ਪੌੜੀਆਂ ਆਪਾਂ ਸੁਣੇ ਦੀਆਂ ਪੜ੍ਹਦੇ ਹਾਂ। ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਤਰਤ ਤਵਲ ਆਕਾਸ਼, ਸੁਣੇ ਦੀਪ ਲੋ ਪਾਤਾਲ, ਸੁਣੇ ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਮਹਾਰਾਜ ਕਹਿੰਦੇ ਆ ਪਰਮੇਸ਼ਵਰ ਦੀ ਗੱਲ ਕੇਵਲ ਸੁਣਨ ਮਾਤਰ ਦੇ ਨਾਲ ਹੀ ਮਨ ਦੇ, ਤਨ ਦੇ, ਆਦੀਆਂ ਵਿਆਦੀਆਂ ਉਪਾਦੀਆਂ 3 ਤਰ੍ਹਾਂ ਦੇ ਰੋਗ ਹੁੰਦੇ ਨੇ। ਤਾਂ ਕਹਿੰਦੇ ਤਿੰਨੇ ਤਰ੍ਹਾਂ ਦੇ ਰੋਗਾਂ ਦਾ ਨਾਸ ਹੁੰਦਾ ਜਦੋਂ ਆਪਾਂ ਸਤ ਸੰਗਤ ਨੂੰ ਸੁਣ ਲਈਏ। ਆਖੋ ਵਾਹਿਗੁਰੂ। ਸੁਣਿਆ ਦੁੱਖ ਪਾਪ ਕਾ ਨਾਸ।
ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਕਹਿੰਦੇ ਖੇੜੇ ਨੂੰ, ਖੁਸ਼ੀ ਨੂੰ। ਕਹਿੰਦੇ ਜਦੋਂ ਆਪਾਂ ਵਾਹਿਗੁਰੂ ਦੀ ਪਰਮੇਸ਼ਵਰ ਦੀ ਗੱਲ ਨੂੰ ਸੁਣ ਲੈਂਦੇ ਆ ਤਾਂ ਸਾਡੇ ਅੰਦਰ ਇੱਕ ਖੇੜਾ ਆ ਜਾਂਦਾ। ਆਖੋ ਵਾਹਿਗੁਰੂ। ਕੱਲ ਪਰਸੋਂ ਆਪਾਂ ਅੰਦਰ ਬੈਠੇ ਸੀ ਤਾਂ ਸਤਿਕਾਰਯੋਗ ਮਾਤਾ ਹਰਬੰਦਨ ਜੀ ਦੇ ਆਪਾਂ ਸਾਰੇ ਬਚਨ ਸਾਂਝੇ ਕਰ ਰਹੇ ਸੀ ਆਪਸ 'ਚ, ਜੋ ਕੁਝ ਉਹਨਾਂ ਦੇ ਜੀਵਨ 'ਚੋਂ ਥੋੜ੍ਹਾ ਬਹੁਤਾ ਸਿੱਖਿਆ। ਤਾਂ ਦੇਖੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਖੇੜਾ ਹੈ। ਆਖੋ ਵਾਹਿਗੁਰੂ। ਤੁਸੀਂ ਧੰਨ ਬਾਬਾ ਆਨੰਦ ਸਿੰਘ ਜੀ ਦਾ ਜੀਵਨ ਪੜ੍ਹ ਲਓ, ਤਾਂ ਸਾਧ ਸੰਗਤ ਜੀ ਕੰਬਲੀ ਵਾਲੇ ਮਹਾਂਪੁਰਖਾਂ ਦਾ ਪੜ੍ਹ ਲਓ, ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦਾ ਜੀਵਨ ਪੜ੍ਹ ਲਓ। ਤਾਂ ਜਿਵੇਂ ਜਿਵੇਂ ਤੁਸੀਂ ਇਹਨਾਂ ਸਤਿਪੁਰਸ਼ਾਂ ਦੇ ਮਹਾਂਪੁਰਖਾਂ ਦੇ ਜੀਵਨ ਨੂੰ ਪੜ੍ਹੋਗੇ ਤਾਂ ਉਹ ਪੜ੍ਹ ਕੇ ਤੁਹਾਡੇ ਅੰਦਰ ਇੱਕ ਖੇੜਾ ਆਏਗਾ, ਇੱਕ ਖੁਸ਼ੀ ਆਏਗੀ। ਮਨ ਕਰੇਗਾ ਵੀ ਆਪਾਂ ਵੀ ਰੱਬ ਦਾ ਨਾਮ ਜਪੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤਾਂ ਇਹਨੂੰ ਹੀ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਸਦਾ ਹੀ ਇੱਕ ਖੇੜਾ ਹੈ। ਔਰ ਕਹਿੰਦੇ ਸੁਣਿਆ ਦੁੱਖ ਪਾਪ ਦਾ ਨਾਸ। ਸੁਣਨਾ ਔਰ ਫਿਰ ਸੁਣ ਕੇ ਉਹਨੂੰ ਮੰਨ ਲੈਣਾ। ਆਪਾਂ ਕਈ ਵਾਰੀ ਕਹਿੰਦੇ ਵੀ ਤੇਰੀ ਗੱਲ ਤਾਂ ਠੀਕ ਹੈ, ਮੰਨਦੇ ਵੀ ਹਾਂ ਅਸੀਂ ਵੀ ਠੀਕ ਹੈ, ਪਰ ਅਸੀਂ ਇਹਦੇ ਉੱਤੇ ਚੱਲ ਨਹੀਂ ਸਕਦੇ, ਅਸੀਂ ਕਰ ਕੁਛ ਨਹੀਂ ਸਕਦੇ। ਆਖੋ ਵਾਹਿਗੁਰੂ। ਤੇ ਇੱਥੇ ਮਹਾਰਾਜ ਕਹਿੰਦੇ ਆ ਵੀ ਸੁਣਨਾ ਫਿਰ ਉਹਨੂੰ ਮੰਨ ਲੈਣਾ। ਮਨ ਕੀਤਾ ਭਾਉ, ਪਹਿਲਾਂ ਸੁਣਿਆ ਫਿਰ ਮਨ ਨੇ ਉਹ ਗੱਲ ਮੰਨ ਲਈ ਵੀ ਠੀਕ ਹੈ, ਤਾਂ ਤੀਜਾ ਸਟੈਪ ਹੈ ਕਹਿੰਦੇ ਮਨ ਉਹਦੇ ਅਨੁਸਾਰ ਚੱਲ ਪਵੇ। ਆਖੋ ਵਾਹਿਗੁਰੂ। ਮਨ ਕੀਤਾ ਭਾਉ ਕਹਿੰਦੇ ਜੇ ਇਹ ਤਿੰਨ ਗੱਲਾਂ ਹੋ ਗਈਆਂ ਤਾਂ ਅੰਤਰਗਤ ਤੀਰਥ ਮਲ ਨਹਾਓ। ਕਹਿੰਦੇ ਫਿਰ ਦੂਰ ਕਿਤੇ ਭੱਜਣ ਦੌੜਨ ਦੀ ਲੋੜ ਨਹੀਂ ਹੈ। ਅੰਤਰਾਤਮੀ ਜਦੋਂ ਤੁਸੀਂ ਹਰ ਰੋਜ਼ ਪਰਮੇਸ਼ਵਰ ਦੀ ਸਤਿਗੁਰੂ ਦੀ ਬਾਣੀ ਨੂੰ ਪੜ੍ਹੋਗੇ ਤਾਂ ਤੁਸੀਂ ਐ ਸਮਝ ਲੈਣਾ ਕਿ ਅੰਤਰਾਤਮੇ ਤੁਹਾਡਾ ਜਿਹੜਾ ਹੈ ਉਹ ਇਸ਼ਨਾਨ ਹੋ ਰਿਹਾ। ਕੋ ਸਤਿਨਾਮ ਸ੍ਰੀ ਵਾਹਿਗੁਰੂ। ਅੰਤਰਗਤ ਤੀਰਥ ਮਲ ਲਾਓ। ਪਰ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਤੁਸੀਂ ਚੰਗੇ ਗੁਣ ਨਾ ਕੀਤੇ ਆਖੋ ਵਾਹਿਗੁਰੂ ਤਾਂ ਫਿਰ ਰੱਬ ਦੀ ਭਗਤੀ ਵੀ ਨਹੀਂ ਹੋਣੀ। ਆਖੋ ਸਤਿਨਾਮ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਹੇ ਵਾਹਿਗੁਰੂ ਸਭ ਗੁਣ ਤੇਰੇ ਵਿੱਚ ਨੇ। ਆਖੋ ਵਾਹਿਗੁਰੂ। ਆਪਾਂ ਕੀ ਕਰਦੇ ਹਾਂ, ਜਿਹੜਾ ਤਾਂ ਚੰਗਾ ਕੰਮ ਹੁੰਦਾ ਉਹਦਾ ਕ੍ਰੈਡਿਟ ਤਾਂ ਆਪਾਂ ਲੈ ਲੈਂਦੇ ਹਾਂ ਵੀ ਇਹ ਤਾਂ ਆਪਾਂ ਕੀਤਾ। ਆਖੋ ਵਾਹਿਗੁਰੂ। ਜਦੋਂ ਚੰਗਾ ਕੰਮ ਹੁੰਦਾ ਆਪਾਂ ਇਹੀ ਕਹਿੰਦੇ ਨੇ ਵੀ ਹਾਂ ਅਸੀਂ ਕੀਤਾ, ਤੇ ਜਿਹੜਾ ਕੰਮ ਵਿਗੜ ਜਾਂਦਾ ਹੈ ਉਹ ਆਪਾਂ ਕਹਿ ਦਿੰਦੇ ਵੀ ਇਹ ਤਾਂ ਜੀ ਫਿਰ ਵਾਹਿਗੁਰੂ ਦੀ ਮਰਜ਼ੀ ਸੀ। ਆਖੋ ਵਾਹਿਗੁਰੂ। ਉਹ ਆਪਾਂ ਵਾਹਿਗੁਰੂ ਦੇ ਕੋਟੇ ਵਿੱਚ ਪਾ ਦਿੰਦੇ। ਤਾਂ ਇੱਥੇ ਕੀ ਆਖਿਆ ਕਹਿੰਦੇ ਸਭ ਗੁਣ ਤੇਰੇ। ਇਹ ਪਰਮੇਸ਼ਵਰ ਜੀ ਸਾਰੇ ਹੀ ਗੁਣ ਜਿਹੜੇ ਆ ਉਹ ਤੇਰੇ ਨੇ। ਆਖੋ ਸਤਿਨਾਮ। ਸਾਡੇ ਵਿੱਚ ਤਾਂ ਕੋਈ ਗੁਣ ਹੀ ਹੈ ਨਹੀਂ। ਪੜ੍ਹਦੇ ਹੁੰਦੇ ਸੀ ਨਾ ਰੱਬ ਦੇ ਪਿਆਰੇ ਮਹਾਂਪੁਰਖ, ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ, ਔਗਣਾ ਦਾ ਮੈਂ ਭਰਿਆ। ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ,
ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਵਿੱਚ ਮੇਰੇ ਔਗਣਾ ਦਾ ਮੈਂ ਔਗਣਾ ਦਾ ਮੈਂ ਭਰਿਆ ਔਗਣਾ ਨਹੀਂ ਮੈਂ ਭਰਿਆ ਔਗਣਾ ਨਹੀਂ ਮੈਂ ਭਰਿਆ ਔਗਣਾ ਦਾ ਜੀ ਮੈਂ ਭਰਿਆ ਔਗਣਾ ਦਾ ਜੀ ਭਰੇ ਮੈਂ ਭਰਿਆ ਮੈਂ ਭਰਿਆ ਔਗਣਾ ਨਹੀਂ ਮੈਂ ਭਰਿਆ ਔਗਣਾ ਨਹੀਂ ਮੈਂ ਭਰਿਆ ਹੋਇਓ ਗੁਣਾ ਦਾ ਜੀ ਮੈਂ ਭਰਿਆ ਔਗਣਾ ਦਾ ਜੀ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਆ ਗੁਰੂ ਜੀ ਵਿੱਚ ਮੇਰੇ ਔਗਣਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਪਿਆਰੇ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਗੁਰੂ ਜੀ ਵਿੱਚ ਮੇਰੇ ਔਗਣਾ ਦਾ ਮੈਂ ਭਰਿਆ ਕੋਈ ਗੁਣ ਨਾ ਵਿੱਚ ਮੇਰੇ ਔਗਣਾ ਔਗਣਾ ਦਾ ਮੈਂ ਭਰਿਆ ਹਮ ਅਬ ਗੁਣ ਭਰੇ ਇੱਕ ਗੁਣ ਅਵਸਥਾ ਇਹ ਬਣ ਜਾਂਦੀ ਹੈ ਵੀ ਸਭ ਗੁਣ ਤੇਰੇ, ਇਹ ਪਰਮੇਸ਼ਵਰ ਸਾਰੇ ਗੁਣ ਤੁਹਾਡੇ ਹੈ, ਸਾਡੇ ਵਿੱਚ ਕੋਈ ਗੁਣ ਹੈ ਹੀ ਨਹੀਂ। ਹੱਕ ਸਤਨਾਮ ਸ੍ਰੀ ਵਾਹਿਗੁਰੂ ਔਰ ਵਿਣ ਗੁਣ ਕੀਤੇ ਭਗਤ ਨਾ। ਇਹਦੇ ਡੂੰਘਾਈ ਵਿੱਚ ਜਾ ਕੇ ਜੇ ਇੱਕ ਹੋਰ ਅਰਥ ਕਰੋਗੇ ਤਾਂ ਇਹ ਹੈ ਵਿਣ ਗੁਣ ਕੀਤੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨੀਸਾ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵਿਖੇ ਹਾਦਰਾ ਦੂਰ। ਮੇਰਾ ਖਿਆਲ ਹੈ ਤੁਸੀਂ ਇਹ ਵਾਲੀ ਪੌੜੀ ਦੀ ਕਥਾ ਸੁਣੀ ਹੈ ਪਹਿਲਾਂ। ਆਖੋ ਵਾਹਿਗੁਰੂ ਹੈ ਜੀ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਸ਼ੁਰੂ ਕੀਤੀ ਸੀ ਜਪਜੀ ਸਾਹਿਬ ਦੀ ਕਥਾ ਤਾਂ 5 ਪੌੜੀਆਂ ਦੀ ਕੀਤੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋਂ ਦੇ ਵਿੱਚ ਸੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੋਈ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ, ਉਹਦੀਆਂ ਨਿਸ਼ਾਨੀਆਂ ਜਾਣ ਕੇ ਗਾਉਂਦਾ ਹੈ। ਆਖੋ ਵਾਹਿਗੁਰੂ। ਗਾਵੇ ਕੋ ਗੁਣ ਵਡਿਆਈਆਂ ਚਾਰ। ਕਈ ਲੋਕ ਨੇ ਜਿਨ੍ਹਾਂ ਨੇ ਬਹੁਤ ਗ੍ਰੰਥ ਪੜ੍ਹੇ ਹੈ, ਉਹ ਉਹਨਾਂ ਗ੍ਰੰਥਾਂ ਦੇ ਵਿੱਚ ਜੋ ਉਹਨਾਂ ਨੇ ਵਾਹਿਗੁਰੂ ਦੀ ਪਰਮੇਸ਼ਵਰ ਦੀ ਮਹਿਮਾ ਪੜ੍ਹੀ ਹੈ, ਉਹਦੇ ਆਧਾਰ ਦੇ ਉੱਤੇ ਉਹ ਵਾਹਿਗੁਰੂ ਨੂੰ ਗਾਉਂਦੇ ਆ ਵੀ ਵਾਹਿਗੁਰੂ ਤੂੰ ਬਹੁਤ ਵੱਡਾ ਹੈ, ਤੂੰ ਬੇਅੰਤ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ ਉਹੀ ਹੈ ਕਿ ਉਹਨਾਂ ਨੇ ਬੜੀ ਕਠਿਨ ਵਿਦਿਆ ਵਿਚਾਰ ਕੇ ਪਰਮੇਸ਼ਵਰ ਦੇ ਗੁਣ ਦੇਖੇ। ਗਾਵੇ ਕੋ ਸਾਜ ਕਰੇ ਤਨ ਖੇਹ। ਕਈ ਇਸ ਕਰਕੇ ਉਹਨੂੰ ਗਾਉਂਦੇ ਨੇ ਵੀ ਪਰਮਾਤਮਾ ਦਾ ਇਹ ਸਿਸਟਮ ਕਿੱਡਾ ਵੱਡਾ ਖੋਏਗਾ। ਆ ਇੱਕ ਦਿਨ ਅਸੀਂ ਸੈਰ ਕਰਕੇ ਤੁਰੇ ਆਉਂਦੇ ਸੀ ਤਾਂ ਇਹ ਜਸਪ੍ਰੀਤ ਸਿੰਘ ਲੱਕੀ
ਇਹ ਆਪਸ ਚ ਕਰਦੇ ਸੀ, ਕਹਿੰਦੇ ਵਾਹਿਗੁਰੂ ਦਾ ਕਿੱਡਾ ਵੱਡਾ ਸਿਸਟਮ ਹੈ, ਕਿੰਨੀ ਵੱਡੀ ਕਾਇਨਾਤ ਹੈ, ਕਿਹਨੂੰ ਦੁਨੀਆ ਤੇ ਭੇਜਣਾ, ਕਿਹਨੂੰ ਚੱਕ ਕੇ ਲੈ ਕੇ ਜਾਣਾ, ਕਿੱਡਾ ਵੱਡਾ ਰਿਕਾਰਡ ਆਖੋ ਵਾਹਿਗੁਰੂ। ਤੂੰ ਗਾਵੇ ਕੋਈ ਸਾਜ਼ ਕਰੇ ਤਨ ਖੇ, ਕੋਈ ਇਸ ਕਰਕੇ ਉਹਨੂੰ ਗਾ ਰਿਹਾ ਹੈ ਕਿ ਉਹ ਤਨ ਨੂੰ ਸਾਜ਼ ਦਿੰਦਾ ਹੈ, ਫਿਰ ਖੇ ਕਰ ਦਿੰਦਾ ਹੈ, ਫਿਰ ਸਾਜ਼ ਦਿੰਦਾ ਹੈ ਤੇ ਫਿਰ ਖੇ ਕਰ ਦਿੰਦਾ। ਗਾਵੇ ਕੋ ਸਾਜ਼ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਅੱਜ ਕੋਈ ਜੇ ਉਹਨੇ ਜੀਵ ਦਿੱਤਾ ਹੈ, ਕਿਸੇ ਨੂੰ ਲੈ ਜਾਂਦਾ ਹੈ, ਕਿਸੇ ਨੂੰ ਫੇਰ ਦੇ ਦਿੰਦਾ ਕੋਈ ਹੈ। ਇਹ ਨਹੀਂ ਹੈ ਵੀ ਜਿਹੜੇ ਪਰਿਵਾਰ ਚੋਂ ਇੱਕ ਵਾਰ ਕੋਈ ਚਲੇ ਗਿਆ ਮੁੜ ਕੇ ਕੋਈ ਆਉਣਾ ਹੀ ਨਹੀਂ ਹੈ, ਉਹਦੀ ਕਾਰ ਹੈ ਇਹ ਚੱਲਦੀ ਰਹਿੰਦੀ ਆਖੋ ਵਾਹਿਗੁਰੂ। ਗਾਵੇ ਕੋ ਜਾਪੇ ਦਿਸੇ ਦੂਰ, ਕਿਸੇ ਨੂੰ ਪਰਮਾਤਮਾ ਬਹੁਤ ਦੂਰ ਲੱਗ ਰਿਹਾ ਪਰ ਉਹਨੂੰ ਗਾ ਰਿਹਾ ਵੀ ਕਿਤੇ ਉਹ ਮੇਰੇ ਨੇੜੇ ਹੋਏ ਆਖੋ ਵਾਹਿਗੁਰੂ। ਗਾਵੇ ਕੋ ਜਾਪੇ ਦਿਸੇ, ਗਾਵੇ ਕੋ ਵੇਖੇ ਹਾਦਰਾ ਦੂਰ, ਕੋਈ ਉਹ ਹੈ ਜਿਹਨੂੰ ਐਂ ਲੱਗਦਾ ਵੀ ਪਰਮਾਤਮਾ ਦੂਰ ਨਹੀਂ, ਉਹ ਤਾਂ ਬਿਲਕੁਲ ਮੇਰੇ ਅੰਦਰ ਵਸਿਆ ਹੋਇਆ ਆਖੋ ਵਾਹਿਗੁਰੂ। ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਸੀ, ਕੋਹ ਰਵਿਦਾਸ ਹਾਥ ਪੈ ਨੇੜੇ, ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੀ ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਗੁਰੂ ਕਿਰਪਾ ਅੰਦਰ ਵਸਦਾ ਏ, ਤੇਰੇ ਅੰਦਰ ਵਸਦਾ ਏ, ਤੇਰੇ ਅੰਦਰ ਵਸਦਾ ਏ, ਤੇਰੇ ਅੰਦਰ ਵਸਦਾ ਏ। ਤੇਰੇ ਅੰਦਰ ਵਸਦਾ ਏ, ਅੰਦਰ ਵਸਦਾ ਏ। ਤੇਰੇ ਅੰਦਰ ਵਸਦਾ ਏ, ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰ, ਜੀਵੀਆਂ ਬਾਰ, ਜੀਵੀਆਂ ਬਾਰ ਤਲਾਸ਼ਾਂ ਕਰ, ਉਹ ਤੇਰੇ ਅੰਦਰ ਵਸਦਾ। ਜੀਵੀਆਂ ਬਾਰ ਤਲਾਸ਼ਾਂ ਕਰ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ ਵਸਦਾ ਏ। ਜੀਵੀਆਂ ਬਾਰ ਤਲਾਸ਼ਾਂ ਕਰਦਾ, ਉਹ ਤੇਰੇ ਅੰਦਰ, ਜੀਵੀਆਂ ਬਾਰ ਕਰਦਾ। ਕਹਿੰਦੇ ਜੀਰੀਆਂ ਬਾਹਰ ਤਲਾਸ਼ਾਂ ਕਰਦੇ, ਜਿਹਨੂੰ ਲੱਭਣ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਤੁਰ ਪੈਣਾ, ਉਹ ਤਾਂ ਅੰਦਰ ਵਸਦਾ ਸੀ ਆਖੋ ਵਾਹਿਗੁਰੂ। ਪਰ ਅੰਦਰ ਨੂੰ ਤਾਂ ਕਦੇ ਆਪਾਂ ਝਾਕੇ ਹੀ ਨਹੀਂ ਆਖੋ ਵਾਹਿਗੁਰੂ। ਵਾਹਿਗੁਰੂ ਦੀ ਗੱਲ ਬਾਅਦ ਚ ਕਰਦੇ ਆ, ਤਾਂ ਨੂੰ ਪਹਿਲਾਂ ਵੇਖਣ ਲੱਗ ਜਾਂਦੇ ਹੱਕ ਸਤਿ ਸ੍ਰੀ ਵਾਹਿਗੁਰੂ। ਕਹਿੰਦੇ ਤੂੰ ਆਪਣੇ ਅੰਦਰ ਵੀ ਦੇਖ ਲੈ, ਅੰਦਰ ਵੀ ਝਾਤੀ ਮਾਰ,
ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪਰ ਕਿਸੇ ਨੇ ਕਹਿਤਾ ਰੱਬ ਨੂੰ ਮਿਲਣਾ ਸਾਰੇ ਪਿੰਡੇ ਦੇ ਉੱਤੇ ਸਵਾਹ ਮੰਨ ਲਓ, ਆਖੋ ਵਾਹਿਗੁਰੂ। ਕਿਸੇ ਨੇ ਕਹਿ ਦਿੱਤਾ ਜਮੀ ਰੋਡ ਪੋੜ ਹੋ ਜਾਓ, ਆਖੋ ਵਾਹਿਗੁਰੂ। ਕਿਸੇ ਨੇ ਕਿਹਾ ਜੀ ਤੁਸੀਂ ਕੱਪੜੇ ਹੀ ਲਾ ਦਿਓ, ਆਖੋ ਸਤਨਾਮ ਸ੍ਰੀ। ਕਿਸੇ ਨੇ ਕਿੱਧਰ ਨੂੰ ਪਾਤਾ, ਐ ਕਹਿ ਲੋ ਵੀ ਜਿੱਧਰ ਨੂੰ ਜਾਣਾ ਸੀ ਉਧਰ ਨੂੰ ਗਏ ਨਹੀਂ, ਸੱਜੇ ਖੱਬੀ ਘਮਾਈ ਗਿਆ, ਆਖੋ ਸਤਨਾਮ ਸ੍ਰੀ। ਮਾਰਗ ਬੜਾ ਸਿੱਧਾ ਸੀ ਪਰਮੇਸ਼ਵਰ ਦਾ। ਬਾਣੀ ਨੂੰ ਪੜ੍ਹਨਾ ਔਰ ਉਹਦੇ ਤੇ ਅਮਲ ਕਰਕੇ ਵਿਚਾਰ ਕਰਨਾ, ਬੰਦੇ ਖੋਜ। ਠੀਕ ਹੈ, ਜਿਨ੍ਹਾਂ ਦਾ ਕੋਈ ਪੰਥ ਹੈ, ਰਸਤਾ ਹੈ, ਉਹਨਾਂ ਨੂੰ ਮੁਬਾਰਕ, ਆਖੋ ਸਤਨਾਮ। ਤਾਂ ਮਹਾਰਾਜ ਦਾ ਰਾਹ ਕੀ ਹੈ? ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ। ਕਹਿੰਦੇ ਬੰਦਿਆਂ ਆਪਣੇ ਅੰਦਰ ਨੂੰ ਰੋਜ਼ ਖੋਜਿਆ ਕਰ। ਕਿਵੇਂ ਖੋਜਾਂਗੇ? ਬਾਣੀ ਨਾਲ, ਬਾਣੀ ਨੂੰ ਪੜ੍ਹ ਕੇ, ਆਖੋ ਵਾਹਿਗੁਰੂ। ਕਿਸੇ ਨੇ ਕਿਹਾ ਐਂ ਕਰ ਲੋ, ਕਿਸੇ ਨੇ ਕਿਹਾ ਐਂ ਕਰ ਲੋ। ਜੀਵ ਜਗਿਆਸੂ ਜਿਹੜਾ ਲੱਭਦਾ ਫਿਰਦਾ ਸੀ, ਉਹ ਇੱਕ ਦਿਨ ਬਹਿ ਗਿਆ, ਰੱਬਾ ਮੈਂ ਜਾਵਾਂ ਕਿੱਧਰ, ਆਖੋ ਵਾਹਿਗੁਰੂ। ਜਿੱਧਰ ਨੂੰ ਤੁਰਿਆ ਉੱਥੇ ਹੀ ਕੋਈ ਨਾ ਕੋਈ ਮੇਰੇ ਵਰਗਾ ਬੈਠਾ ਸੀ, ਕੜਿੱਕੀ ਲਾ ਕੇ ਬਹਿ ਗਿਆ ਵੀ ਚਲੋ ਕੋਈ ਨਹੀਂ, ਆਖੋ ਸਤਨਾਮ। ਰੱਬ ਤੱਕ ਜਾਣ ਹੀ ਨਹੀਂ ਦਿੱਤਾ, ਪਰਮੇਸ਼ਵਰ ਤੱਕ ਜਾਣ ਹੀ ਨਹੀਂ ਦਿੱਤਾ। ਇੱਕ ਦਿਨ ਜਿਹੜਾ ਲੱਭਣ ਤੁਰਿਆ ਸੀ, ਉਹਦਾ ਮਨ ਬੈਰਾਗੀ ਹੋਇਆ, ਤਾਂ ਬਹਿ ਕੇ ਰੱਬ ਨਾਲ ਗੱਲਾਂ ਕਰਨ ਲੱਗ ਪਿਆ। ਕੀ ਕਹਿੰਦਾ ਹੈ? ਤੇਰੇ ਰਜ ਰਜ ਦਰਸ਼ਨ ਪਾ, ਇੱਕ ਵਾਰੀ ਖੋਲ ਅੱਖੀਆਂ। ਤੇਰੇ ਰਜ ਰਜ ਦਰਸ਼ਨ ਪਾ, ਇੱਕ ਵਾਰੀ ਖੋਲ ਅੱਖੀਆਂ। ਤੇਰੇ ਰਜ ਰਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ। ਤੇਰੇ ਰਜ ਰਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ। ਤੇਰੇ ਰਜ ਰਜ ਤੇਰੇ ਰਜ ਰਜ ਪਾ, ਤੇਰੇ ਰਜ ਰਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ। ਤੇਰੇ ਰਜ ਰਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ। ਤੇਰੇ ਰਜ ਰਜ ਦਰਸ਼ਨ ਪਾਵਾਂ, ਇੱਕ ਵਾਰੀ ਖੋਲ ਅੱਖੀਆਂ। ਤੇਰੇ ਰਜ ਰਜ ਦਰਸ਼ਨ ਪਾਵਾਂ, ਇੱਕ ਵਾਰੀ। ਤੇਰੇ ਰਜ ਰਜ ਪਾਵਾਂ, ਵਾਰੀ ਰਜ ਰਜ ਪਾਵਾਂ, ਇੱਕ ਵਾਰੀ ਖੋਲ ਅੱਖੀਆਂ। ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ, ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ। ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ, ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ। ਕੋਈ ਤਾਂ ਕਹਿੰਦਾ ਪਿਆਰਾ, ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ, ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ। ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ, ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ। ਕੋਈ ਤਾਂ ਕਹਿੰਦਾ ਪਿਆਰਾ, ਕੋਈ ਤਾਂ ਕਹਿੰਦਾ ਪਿਆਰਾ ਅਸਲ ਟਿਕਾਣਾ ਤੇਰਾ ਨਹੀਂ ਕੋਈ ਦੱਸਦਾ, ਅਸਲ ਟਿਕਾਣਾ ਤੇਰਾ ਨਹੀਂ ਕੋਈ ਦੱਸਦਾ। ਅਸਲ ਟਿਕਾਣਾ
ਟਿਕਾਣਾ ਤੇਰਾ ਕੋਈ ਦੱਸਦਾ ਟਿਕਾਣਾ ਤੇਰਾ ਅਸਲ ਟਿਕਾਣਾ ਤੇਰਾ ਕੀ ਕਰਾਂ ਤੇ ਕਿਧਰ ਨੂੰ ਜਾ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਜ ਰਾਜਾ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰਜ ਰਾਜ ਦਰਸ਼ਨ ਪਾਵਾਂ ਇੱਕ ਵਾਰੀ ਖੋਲੇ ਅੱਖੀਆਂ ਤੇਰੇ ਰਾਜ ਦਰਸ਼ਨ ਪਾਵਾਂ ਇੱਕ ਵਾਰੀ ਖੋਲੇ ਅੱਖੀਆਂ ਤੇਰੇ ਰਾਜ ਇੱਕ ਵਾਰੀ ਖੋਲ ਤੇਰੇ ਰਾਜ ਰਾਜਾ ਇੱਕ ਵਾਰੀ ਖੋਲੇ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾਂ ਤੇਰੇ ਰਾਜ ਰਾਜਾ ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ ਕੋਈ ਤਾਂ ਕਹਿੰਦਾ ਪਿਆਰਾ ਦਿਲ ਵਿੱਚ ਵਸਦਾ ਅਸਲ ਟਿਕਾਣਾ ਤੇਰਾ ਨਹੀਂਓ ਕੋਈ ਦੱਸਦਾ ਅਸਲ ਟਿਕਾਣਾ ਤੇਰਾ ਨਹੀਂਓ ਕੋਈ ਦੱਸਦਾ ਕੀ ਕਰਾਂ ਤੇ ਕਿਧਰ ਨੂੰ ਜਾ ਇੱਕ ਵਾਰੀ ਖੋਲ ਅੱਖੀਆਂ ਜੀ ਤੇਰੇ ਰਜ ਰਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਜ ਰੱਜ ਦਰਸ਼ਨ ਪਾਵਾਂ ਇੱਕ ਵਾਰੀ ਤੇਰੇ ਖੋਲ ਅੱਖੀਆਂ ਕਿਸੇ ਨੇ ਕਿਹਾ ਕਿਸੇ ਪਾਸੇ ਨੂੰ ਤੁਰ ਪਓ ਕਿਸੇ ਨੇ ਕਿਹਾ ਕਿਸੇ ਪਾਸੇ ਤੁਰ ਪਓ ਆਖੋ ਵਾਹਿਗੁਰੂ ਮਾਈ ਸੁਗੜ ਬਾਈ ਵਰਗੇ ਮਾਲਵੇ ਦੇ ਰਹਿਣ ਵਾਲੀ ਮਾਈ ਕਹਿਣ ਲੱਗੀ ਲੱਗਦਾ ਰੱਬ ਹੈ ਹੀ ਨਹੀਂ ਆਖੋ ਵਾਹਿਗੁਰੂ ਕਹਿੰਦੀ ਮੈਨੂੰ ਹੀ ਰੱਬ ਮੰਨਿਆ ਕਰੋ ਬਸ ਮੈਂ ਹੀ ਰੱਬ ਹਾਂ ਕੋ ਸਤਿਨਾਮ ਧਨ ਪਦਾਰਥ ਬਹੁਤ ਸੀ ਆਏ ਗਿਆ ਨੂੰ ਚੰਗਾ ਦਾਨ ਦਕਸ਼ਨਾ ਦਿਆ ਕਰ ਆਏ ਗਿਆ ਨੂੰ ਚੋਖਾ ਕੁਝ ਦੇਣਾ ਕਰਨਾ ਤਾਂ ਕਹਿਣਾ ਹੈ ਬਸ ਜਾਂਦੇ ਕਰੀ ਜਾਇਆ ਕਰੋ ਜਲੇ ਸੁਗੜ ਬਾਈ ਥਲੇ ਸੁਗੜ ਬਾਈ ਹਰ ਇੱਕ ਜਗ੍ਹਾ ਸੁਗੜ ਬਾਈ ਆਖ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਉਦਾਸ ਹੋ ਗਈ ਰੱਬ ਨੂੰ ਲੱਭਦੀ ਲੱਭਦੀ ਕਿਸੇ ਨੇ ਕਿਹਾ ਜੀ ਰਾਮ ਜੀ ਦੀ ਪੂਜਾ ਕਰਿਆ ਕਿਸੇ ਨੇ ਕਿਹਾ ਜੀ ਕ੍ਰਿਸ਼ਨ ਜੀ ਦੀ ਕਰਿਆ ਕਰੋ ਤੀਜਾ ਆਇਆ ਉਹ ਕਹਿਣ ਲੱਗਾ ਨਹੀਂ ਨਹੀਂ ਬੀਬਾ ਵੇਦ ਪੜਿਆ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਨੇ ਕਿਹਾ ਵਰਤ ਰੱਖਿਆ ਕਰ ਤਾਂ ਗੱਲ ਕੀ ਸੀ ਜਿਹੜਾ ਲੱਭਣ ਤੁਰਿਆ ਉਹ ਕਨਫਿਊਜ਼ ਹੋ ਗਿਆ ਆਖੋ ਵਾਹਿਗੁਰੂ ਤੁਸੀਂ ਦੇਖੋ ਆਪਾਂ ਕਿੰਨੇ ਭਾਗਾਂ ਵਾਲੇ ਆ ਆਪਾਂ ਜਿਉਂ ਜੰਮੇ ਆ ਆਪਣੇ ਕੰਨਾਂ 'ਚ ਕੋਈ ਆਵਾਜ਼ ਪੈਂਦੀ ਹੈ ਬਾਣੀ ਪੜਿਆ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪਾਂ ਨੂੰ ਕੋਈ ਦੂਜੀ ਗੱਲ ਹੀ ਨਹੀਂ ਕੀ ਆਖਿਆ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਬਾਣੀ ਪੜਿਆ ਸੁਣਿਆ ਕਰੋ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ
बाणी गुरु गुरु है बाणी गुरु गुरु है बाणी गुरु गुरु है बाणी गुरु गुरु है बाणी गुरु है बाणी गुरु बाणी गुरु गुरु है बाणी गुरु गुरु है बाणी गुरु गुरु है बाणी गुरु गुरु है बाणी विच बाणी अमृत सार विच बाणी अमृत सारे विच बाणी अमृत सारे विच बाणी अमृत सार बाणी अमृत बाणी अमृत सारे बाणी पढ़े करो बाणी सुने बाणी पढ़े करो बाणी सुने करो बाणी पढ़े करो बाणी सुने करो पढ़े करो जी बाणी सुने करो पढ़े करो बाणी सुने करो महाराज ने ਆਪਾਂ ਨੂੰ ਇੱਕੋ ਗੱਲ ਕਹੀ ਬਾਣੀ ਪੜਿਆ ਕਰੋ ਬਚਪਨ ਤੋਂ ਸੁਣਦੇ ਹਨ ਉਹ ਗੱਲ ਵੱਖਰੀ ਹੈ ਕਿ ਬੁਢੇਪੇ ਤੱਕ ਦਾ ਸਫ਼ਰ ਆਪਾਂ ਤੈਅ ਕਰਕੇ ਚਲੇ ਜੰਨੇ ਪਰ ਬਾਣੀ ਨਹੀਂ ਪੜਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖੋ ਵਾਹਿਗੁਰੂ ਆ ਥੋੜੇ ਦਿਨ ਪਹਿਲਾਂ ਮੈਂ ਇੱਕ ਫਿਲਮ ਦੇਖੀ ਤਾਂ ਉਹਦੇ ਵਿੱਚ ਉਹਨਾਂ ਨੇ ਪੰਜਾਬ ਦਾ ਪੁਰਾਣਾ ਇੱਕ ਪਿੰਡੂ ਮਾਹੌਲ ਦਿਖਾਇਆ ਤੇ ਕੀ ਦਿਖਾਇਆ ਵੀ ਇੱਕ ਮਾਈ ਜਿਹਨੇ ਕਦੇ ਸਕੂਲ ਵੀ ਨਹੀਂ ਦੇਖਿਆ ਹੋਣਾ ਆਖੋ ਵਾਹਿਗੁਰੂ ਉਹ ਮੇਰੇ ਖਿਆਲ ਆਟਾ ਗੁੰਨ ਰਹੀ ਸੀ ਤੇ ਉਹ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੀ ਆਖੋ ਸਤਨਾਮ ਪੁੱਤ ਦੀ ਰਾਤ ਨੂੰ ਘਰੋਂ ਚਲੇ ਗਿਆ ਸਾਰੇ ਫਿਕਰ ਕਰ ਰਹੇ ਪਰ ਇਹ ਵਿਖਾਇਆ ਗਿਆ ਉਹਦੇ ਵਿੱਚ ਕਿ ਪਹਿਲਾਂ ਲੋਕ ਬਾਣੀ ਨਾਲ ਕਿੰਨੇ ਜੁੜੇ ਹੋਏ ਸੀ ਉਹ ਆਟਾ ਗੁੰਨ ਰਹੀ ਹੈ ਤੇ ਬਾਣੀ ਪੜ ਰਹੀ ਹੈ ਸਤਨਾਮ ਜਪਜੀ ਸਾਹਿਬ ਦਾ ਪਾਠ ਕਰ ਰਹੀ ਹੈ ਡੱਬ ਵਾਲੀ ਰਹਿੰਦੇ ਵੀ ਮੈਂ ਦੇਖਿਆ ਉੱਥੇ ਇੱਕ ਬਜ਼ੁਰਗ ਮਾਤਾ ਰਹਿੰਦੀ ਹੁੰਦੀ ਸੀ ਗੱਲ ਕੀ ਆਪਾਂ ਨੂੰ ਪਤਾ ਹੈ ਕਿ ਆਪਣੀਆਂ ਪੁਰਾਣੀਆਂ ਸਾਰੀਆਂ ਮਾਈਆਂ ਹੀ ਸਾਧ ਸੰਗਤ ਜੀ ਦੁੱਧ ਰਿੜਕਦੇ ਹੀ ਜਪਜੀ ਸਾਹਿਬ ਦੀ ਬਾਣੀ ਪੜ ਦਿੰਦੀਆਂ ਹੁੰਦੀਆਂ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੁਣ ਸੁਣ ਕੇ ਗੁਰਬਾਣੀ ਕੰਠ ਸੀ ਸੁਣ ਸੁਣ ਕੇ ਬਾਣੀ ਚੇਤੇ ਸੀ ਤੇ ਸਾਧ ਸੰਗਤ ਜੀ ਬਾਣੀ ਉਹਨਾਂ ਦੇ ਜੀਵਨ ਦਾ ਇੱਕ ਗਹਿਣਾ ਬਣ ਚੁੱਕੀ ਸੀ ਆਖੋ ਵਾਹਿਗੁਰੂ ਜਿਵੇਂ ਆਪਾਂ ਆ ਬਾਹਰੀ ਗਹਿਣਿਆਂ ਦਾ ਸ਼ਿੰਗਾਰ ਕਰਦੇ ਹਾਂ ਨਾ ਆਖੋ ਵਾਹਿਗੁਰੂ ਜਿੱਦਣ ਜਿੱਦਣ ਬਾਣੀ ਸਾਡੇ ਜੀਵਨ ਦਾ ਗਹਿਣਾ ਬਣ ਜਾਂਦੀ ਹੈ ਉਸ ਦਿਨ ਫਿਰ ਸਾਧ ਸੰਗਤ ਜੀ ਇਹ ਬਾਹਰੀ ਸ਼ਿੰਗਾਰ ਜਿਹੜੇ ਹੈ ਬੰਦੇ ਦਾ ਇਹਨਾਂ ਤੋਂ ਮਨ ਉਚਾਟ ਹੋ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਜੀ ਨਹੀਂ ਕਰਦਾ ਫਿਰ ਮਨ ਕਹਿੰਦੇ ਵੀ ਕਿਹਦੇ ਵਾਸਤੇ ਕਿਹਨੂੰ ਦਿਖਾਉਣੇ ਹੱਕੋ ਵਾਹਿਗੁਰੂ ਜਦੋਂ ਅੰਦਰ ਸਾਡਾ ਜਿਹੜਾ ਹੈ ਅੰਦਰ ਸਾਫ਼ ਹੋਣਾ ਲੱਗ ਜਾਂਦਾ ਹੈ ਨਾ ਤੇ ਉਦੋਂ ਸਾਧ ਸੰਗਤ ਜੀ ਜਿਵੇਂ ਜਿਵੇਂ ਸਾਡਾ ਅੰਦਰ ਸਾਫ਼ ਹੁੰਦਾ ਜਾਂਦਾ ਹੈ ਉਵੇਂ ਉਵੇਂ ਬਾਹਰ ਸਾਦਾਪਨ ਹੁੰਦਾ ਜਾਂਦਾ ਆਖੋ ਵਾਹਿਗੁਰੂ ਉਵੇਂ ਉਵੇਂ ਸਭ ਰਾਣੀ ਰਾਏਪੁਰ ਸਾਰੇ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਜਦੋਂ ਰਾਣੀ ਆਈ ਕਹਿੰਦੇ ਕਿਸੇ ਨੇ ਅਨੰਦਪੁਰ ਸਾਹਿਬ ਦੇ ਠਾਠ ਬਾਠ ਵੇਖੇ ਕਿਸੇ ਨੇ ਚੰਨਣ ਦੀਆਂ ਚੌਂਕੀਆਂ ਵੇਖੀਆਂ ਕਿਸੇ ਨੇ ਪ੍ਰਸ਼ਾਦੀ ਹਾਥੀ ਵੇਖਿਆ ਪ੍ਰਸ਼ਾਦੀ ਹਾਥੀ ਕਿਵੇਂ ਦਾ ਹੁੰਦਾ ਸੀ
है जी। अज माता जी लेट आके बैठे, मैं कहना इन्हें कहना भी एक क्वेश्चन पूछन लग जाता आपको सतनाम भी अज ऐ सज्जे खबे थोड़ा टाइम टपा लो, आनंद साहब के टाइम चलांगे आपको सतनाम श्री खैर कोई काम करते हैं प्रशादी हाथी ਉਹਨੂੰ ਪ੍ਰਸ਼ਾਦੀ ਹਾਥੀ ਕਿਉਂ ਕਹਿੰਦੇ ਸੀ? ਵੈਰੀ ਗੁੱਡ ਆਖੋ ਸਤਨਾਮ। ਔਰ ਤੁਸੀਂ ਸਾਰਿਆਂ ਨੇ ਇਤਿਹਾਸ ਸੁਣਿਆ, ਕੋਈ ਵਿੱਚੋਂ 2-4 ਸ਼ਰੀਰ ਛੱਡ ਕੇ ਆਖੋ ਵਾਹਿਗੁਰੂ। ਹੈ ਜੀ। ਮੈਂ ਨਾ ਪਹਿਲਾਂ ਅੰਦਰ ਸੋਚਿਆ ਵੀ ਅੱਜ ਕਿਹੜੀ ਸਾਖੀ ਸੁਣਾਵਾਂ, ਕਿਉਂਕਿ ਬੜੇ ਦਿਨ ਹੋ ਗਏ। ਮੈਂ ਕਿਹਾ ਜਿਹੜੀ ਮਰਜ਼ੀ ਸੁਣਾ ਦਿਓ, ਕਿਹੜਾ ਯਾਦ ਹੋਣੀ ਪਹਿਲਾਂ ਕਿਹੜੀ ਸੁਣਾਈ ਆਖੋ ਵਾਹਿਗੁਰੂ, ਕਿਹੜਾ ਚੇਤੇ ਹੋਣਾ ਵੀ ਪਹਿਲਾਂ ਕਿਹੜੀ। ਅੱਜ 7 ਤਰੀਕ ਹੈ, ਕੱਲ 8 ਅਗਸਤ ਗੁਰੂ ਸਾਹਿਬ ਜਦੋਂ ਆਪਾਂ ਇੱਥੇ ਆਏ ਤਾਂ 8 ਅਗਸਤ 2019 ਨੂੰ ਮਹਾਰਾਜ ਨੇ ਇੱਥੇ ਚਰਨ ਪਾਏ ਔਰ ਉਦੋਂ ਤੋਂ ਅੱਜ ਤੱਕ ਇੱਥੇ ਬਿਰਾਜਮਾਨ ਨੇ ਆਖੋ ਸਤਨਾਮ। तो कल महाराज जी ने इतने 3 साल हो जाएंगे, 3 साल हो जाएंगे आखो सतनाम। उदों जिहड़ी 10वीं है वो 8 अगस्त दी सी, उदों फिर उधर समागम कीता सी। तो प्रशादी हाथी ਉਹਦੇ ਸਾਧ ਸੰਗਤ ਜੀ ਸੁੰਡ ਤੋਂ ਲੈ ਕੇ ਪੂਛ ਦੀ ਧਾਰੀ ਤੱਕ ਇੱਕ ਚਿੱਟੀ ਲਾਈਨ ਜਾਂਦੀ ਸੀ ਆਖੋ ਆ ਗਿਆ ਚਿੱਤੇ। तो इसलिए उन्होंने कहते होंगे सी प्रशादी हाथी। असम के राजा रतन राय ने भेंट किया सी महाराज ने। आपां कई बारी गुरु घर 10 रुपए दे के आपां कहने दान किया। दान जिहड़ा है वो गुरु साहब आपां नूं दे रहे हैं। आपां नूं गुरु साहब ने घर दान विच दिते है, गुरु साहब ने शरीर दान विच दिता है, बच्चे दान विच दिते है, सवास दान विच दिते है। ਆਪਾਂ ਉਹਦੇ ਦਿੱਤੇ ਵਿੱਚੋਂ ਜਦੋਂ ਕੁਝ ਉਹਦੇ ਚਰਨਾਂ ਤੇ ਰੱਖਦੇ ਆਂ ਤਾਂ ਉਹ ਕੀ ਹੁੰਦਾ? ਭੇਟਾ। ਦਾਨ ਵੱਡਾ ਦਿੰਦਾ, ਭੇਟਾ ਜਿਹੜਾ ਹੈ ਉਹ ਛੋਟਾ ਆਪਣੇ ਵੱਡੇ ਦੇ ਚਰਨਾਂ ਤੇ ਰੱਖਦਾ। ਆਖੋ ਸਤਨਾਮ। ਕਈ ਵਾਰੀ ਆਪਾਂ ਕਹਿੰਦੇ ਨੇ ਵੀ ਅਸੀਂ ਦਾਨ ਕੀਤਾ, ਸੋ ਆਪਣੇ ਗੁਰਮਤਿ ਦੇ ਵਿੱਚ ਦਾਨ ਨਹੀਂ ਆਖੋ ਵਾਹਿਗੁਰੂ, ਇੱਥੇ ਭੇਟਾ ਹੈ। ਤੁਸੀਂ ਆਪਣਾ ਆਪ ਵੇਚ ਕੇ ਰੱਖ ਜਾਓ, ਕੁਛ ਰੱਖ ਜਾਓ, ਭੇਟਾ ਆਖੋ ਸਤਨਾਮ। क्योंकि सब कुछ ओदा दिता अपने को। तो राजा रतन राय ने महाराज नूं भेंट कीता सी हाथी आखो सतनाम। तां किसी ने प्रशादी हाथी वेख्या, किसी ने उत्थे कई तरह के बनते पकवान लंगर वेखे आखो वाहिगुरू। तां साध संगत जी की होया? रायपुर दी राणी ने गुरु गोबिंद सिंह जी नूं वेख लिया। आखो समझे मेरी बेटी? किसी ने वेख्या भी हाँ बिल्डिंग एवें दी बनी है, किसी ने वेख्या उत्थे गतका सिंह भी खेड रहे सी, किसी ने कहा उत्थे लंगर चाह कुछ बनिया सी। पर जिहड़ी रायपुर दी राणी सी उहनूं कोई सुध बुध ही नहीं उत्थे की बनिया की नहीं। आखो उहने किहनूं देखिया? गुरु गोबिंद सिंह साहब। जदों गुरु गोबिंद सिंह साहब नूं वेख लिया, फिर दर्शन देखत ही सुध की ना सुध रही, बुद्ध की ना बुद्ध, मत में ना मत, सब कुछ आवल बावल दीवानी हो गई। गुरु साहब नूं जदों वेख्या ते शिंगार जिहड़े सी ला के पासे रखते आखो सतनाम। राणी ने सादे वस्त्र पहन ले, सादे कपड़े। राजे नूं कहन लगी, राजन हुण मेरा जी नहीं करता कि मैं वो राजसी पहरावे हार श्रृंगार करा। आखो सतनाम। क्यों? अंदर नाम रूपी गहना जिहड़ा सी अंदर वस गया। आखो सतनाम। अंदर दा जिहड़ा आनंद है वो जदों मिल गया तां फिर साध संगत जी बाहरी जिहड़ी दिख है ਉਹਦਾ ਸੋਹਣਾ ਉਹਨੂੰ ਬਣਾਉਣ ਨੂੰ ਜੀ ਨਾ ਕਰਿਆ ਕਰਿਆ। ਆਖੋ ਸਤਨਾਮ। ਰਾਜੇ ਨੇ ਉਹ ਰਾਣੀ ਨੂੰ ਪੁਰਾਣੇ ਮਹਿਲਾਂ ਦੇ ਵਿੱਚ ਬਿਠਾ ਦਿੱਤਾ ਤੇ ਨਵੀਂ ਰਾਣੀ ਦੇ ਨਾਲ ਨਵੇਂ ਮਹਿਲਾਂ ਵਿੱਚ ਰਹਿਣ ਲੱਗ ਗਿਆ। ਆਖੋ ਸਤਨਾਮ। ਰਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਆਰ ਵਿੱਚ ਰਹਿੰਦੀ, ਹਰ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਯਾਦ ਜਿਹੜੀ ਹੈ ਉਹ ਰਾਣੀ ਦੇ ਮਨ ਦੇ ਵਿੱਚ ਵਸਦੀ ਰਹਿੰਦੀ ਹੈ। ਚੌਂਕੜੀ ਮਾਰ ਕੇ ਬੈਠੀ ਰਿਹਾ ਕਰੇ ਔਰ ਅੱਖਾਂ ਦੇ ਵਿੱਚੋਂ ਜਲ ਚੱਲਿਆ ਕਰੇ। ਕਿਉਂ?
ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਵਿੱਚ ਵਸਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਵਿੱਚ ਵਸਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਹਰਦਮ ਰਹਿੰਦੇ ਦਿਲਾਂ ਹਰਦਮ ਰਹਿੰਦੇ ਦਿਲਾਂ ਹਰਦਮ ਰਹਿੰਦੇ ਦਿਲਾਂ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੇ ਦਿਲਾਂ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਵਿੱਚ ਵਸਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਵਿੱਚ ਵਸਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੇ ਦਿਲਾਂ ਅੱਖੀਆਂ ਤਰਸ ਤਰਸ ਕੇ ਰੋਵਣ 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 ਤਰਸ ਤਰਸ ਕੇ ਰੋਵਣ ਅੱਖੀਆਂ ਤਰਸ ਤਰਸ ਕੇ ਰੋਵਣ ਅੱਖੀਆਂ ਤਰਸ ਤਰਸ ਕੇ ਅੱਖੀਆਂ ਤਰਸ ਤਰਸ ਕੇ ਰੋ ਅੱਖੀਆਂ ਤਰਸ ਤਰਸ ਕੇ ਰੋ ਬੇਦਿਦਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਵੱਜਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਵਿੱਚ ਵਸਦੀ ਤੇਰੀ ਤਾਰ ਮਾਲਕਾ। ਹਰਦਮ ਰਹਿੰਦੀ ਦਿਲਾਂ ਵਿੱਚ ਵਸਦੀ ਮਾਲਕਾ। ਹਰਦਮ ਰਹਿੰਦੀ ਦਿਲਾਂ ਵਿੱਚ ਵਸਦੀ ਹਰਦਮ ਰਹਿੰਦੀ ਦਿਲਾਂ ਵੱਜਦੀ। ਕਹਿੰਦੇ ਹਰਦਮ ਅੰਦਰ ਉਤਾਰ ਵੱਜ ਰਹੀ ਆਖੋ ਵਾਹਿਗੁਰੂ। ਅੱਜ ਬੜੀਆਂ ਧਾਰਨਾ ਯਾਦ ਆ ਰਹੀਆਂ ਆਖੋ ਸਤਨਾਮ। ਮੈਂ ਕਿਹਾ ਚਲੋ ਮਹੀਨੇ ਦਾ ਕੋਟਾ ਪੂਰਾ ਕਰ ਲੈਨੇ। ਆਖੋ ਸਤਨਾਮ ਸ੍ਰੀ। ਹਰਦਮ ਤਾਰ ਜਿਹੜੀ ਆ ਉਹ ਵੱਜ ਰਹੀ ਆਖੋ। ਧਿਆਨ ਜਿਹੜਾ ਹੈ ਉਹ ਗੁਰੂ ਦੇ ਚਰਨਾਂ ਤੇ ਲੱਗਾ ਹੋਇਆ। ਇੱਕ ਬਚਨ ਹੁੰਦਾ ਕਬੀਰ ਲਾਗੀ ਪ੍ਰੀਤ ਸੁਜਾਨ ਤੋਂ ਕੱਢ ਦੇਗਾ। ਕਹਿੰਦੇ ਜਿਹੜੀ ਪ੍ਰੀਤ ਹੈ ਸੁਜਾਨ ਉਹ ਮਾਲਕ ਦੇ ਚਰਨਾਂ ਨਾਲ ਲੱਗ ਗਈ ਆਖੋ ਹੈ। ਬਰਜੈ ਲੋਗ ਅਜਾਂ ਉਹ ਕੱਢ ਲੈਂਦਾ। ਵੈਸੇ ਇਹੀ ਪਾਠ ਹੋਏਗਾ। ਹਾਂਜੀ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ ਬਰਜੈ ਲੋਗ ਅਜਾਂ। ਮੈਂ ਤਾਂ ਕਢਾਇਆ ਵੀ ਕਈ ਵਾਰੀ ਕੋਈ ਉਚਾਰਨ ਭੇਦ ਹੋ ਜਾਂਦਾ ਪਰ ਗੁਰੂ ਕਿਰਪਾ ਨਾਲ ਠੀਕ ਸੀ ਆਖੋ ਸਤਨਾਮ। ਕਹਿੰਦੇ ਜਿਹੜੇ ਅਜਾਣ ਲੋਕ ਹੈ ਨਾ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਹੀ ਆਪਾਂ ਕਹਿੰਦੇ ਆ ਨਾ ਵੀ ਜਿਹੜੇ ਰੱਬ ਦੇ ਪਿਆਰੇ ਹੈ ਤਾਂ ਬਹੁਤੇ ਲੋਕ ਉਹਨਾਂ ਨੂੰ ਪਾਗਲ ਕਹਿੰਦੇ ਹੁੰਦੇ ਆਖੋ ਵਾਹਿਗੁਰੂ। ਪਾਗਲ ਤਾਂ ਬਾਬਾ ਭੀਮ ਸਿੰਘ ਨੇ ਕਹਿਣਾ ਪਾਗਲ ਸੇ ਅਭਿਪਰਾय ਪਤਾ ਕਿਆ ਹੈ। ਪਾਗਲ ਦਾ ਮਤਲਬ ਕੀ ਹੈ। ਪਾਗਲ ਜਿਹੜਾ ਗੱਲ ਨੂੰ ਪਾ ਗਿਆ ਜਿਹੜਾ ਗੱਲ ਨੂੰ ਸਮਝ ਗਿਆ ਆਖੋ ਵਾਹਿਗੁਰੂ ਉਹ ਪਾਗਲ ਬਣ ਗਿਆ ਆਖੋ ਸਤਨਾਮ। ਕਬੀਰ ਲਾਗੀ ਪ੍ਰੀਤ ਸੁਜਾਨ ਸੀ। ਕਹਿੰਦੇ ਪ੍ਰੀਤ ਲੱਗ ਗਈ ਉਹ ਪ੍ਰਾਣਾ ਦੇ ਪਤੀ ਮਾਲਕ ਦੇ ਨਾਲ। ਬਰਜੈ ਲੋਕ ਅਜਾਨ ਤਾਂ ਕਹਿੰਦੇ ਜਿਹੜੀ ਪ੍ਰੀਤ ਲੱਗੀ ਹੋਈ ਹੈ ਨਾ ਜਿਹੜੇ ਅਜਾਨ ਲੋਕ ਨੇ ਨਾ ਜੀ ਇਹ ਉਹਦੇ ਵਿੱਚ ਰੁਕਾਵਟ ਪਾਉਂਦੇ ਆਖੋ ਸਤਨਾਮ। ਤਾਂ ਸੇ ਟੂਟੀ ਕਿਉਂ ਬਣੇ। ਭਗਤ ਕਬੀਰ ਸਾਹਿਬ ਕਹਿੰਦੇ ਨੇ ਵੀ ਉਹਦੇ ਨਾਲੋਂ ਕਿਉਂ ਟੁੱਟੇ ਆਖੋ ਵਾਹਿਗੁਰੂ। ਉਹਦੇ ਨਾਲੋਂ ਬੋਲੋ ਉਹਦੇ ਨਾਲੋਂ ਕਿਉਂ ਟੁੱਟੇ। ਉਸ ਮਾਲਕ ਨਾਲੋਂ ਪ੍ਰੀਤ ਕਿਉਂ ਟੁੱਟੇ। ਜਾ ਕੇ ਜੀ ਪ੍ਰਾਣ ਕਹਿੰਦੀ ਜਿਹਦੀ ਕਿਰਪਾ ਦੇ ਨਾਲ
ਜਾ ਕੇ ਜੀ ਆ ਪ੍ਰਾਣ ਸਾਧ ਸੰਗਤ ਚ ਉਹਦੇ ਦਿੱਤੇ ਅੱਖ ਸਤਿਨਾਮ। ਧਿਆਨ ਨਾਲ ਸਮਝਣਾ, ਫਿਰ ਇਹ ਗੱਲ ਆਪਾਂ ਨੂੰ ਤੁਹਾਨੂੰ ਮੈਨੂੰ ਸਮਝ ਆਏਗੀ। ਤਾਂ ਸਿਉ ਟੂਟੀ ਕਿਉਂ ਬਣੇ, ਉਹਦੇ ਨਾਲੋਂ ਟੁੱਟ ਕੇ ਕਿਉਂ ਟੁੱਟੇ, ਉਹਦੇ ਨਾਲੋਂ ਜਾ ਕੇ ਜੀ ਪ੍ਰਾਣ ਜਿਹੜਾ ਇਹ ਪ੍ਰਾਣਾਂ ਦੇ ਵਿੱਚ ਵਸਿਆ ਹੋਇਆ ਆਖੋ ਸਤਿਨਾਮ। ਜਾਂ ਐ ਕਹਿ ਲਓ ਜਿਹਦੇ ਕਿਰਪਾ ਦੇ ਨਾਲ ਇਸ ਸਰੀਰ ਵਿੱਚ ਸਵਾਸ ਚੱਲ ਰਹੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਉਹਦੇ ਨਾਲੋਂ ਕਿਉਂ ਟੁੱਟੇ ਆਖੋ ਸਤਿਨਾਮ। ਜੇ ਭਗਤ ਰਵਿਦਾਸ ਜੀ ਦੀ ਗੱਲ ਹੈ ਤਾਂ ਬੀਬੀ ਰਾਏਪੁਰ ਦੀ ਰਾਣੀ ਆਪਣੀ ਮਹਿਲਾਂ ਵਿੱਚ ਬੈਠੀ ਹੋਈ ਆਖੋ ਸਤਿਨਾਮ। ਰਾਜਾ ਮੁੱਦਤਾਂ ਹੋ ਗਈਆਂ, ਉਹਨੇ ਮਹਿਲਾਂ ਵਿੱਚ ਤਾਂ ਕੀ ਆਉਣਾ ਸੀ, ਮਹਿਲਾਂ ਦੇ ਅੱਗੋਂ ਫੇਰਾ ਵੀ ਨਹੀਂ ਪਾਇਆ ਆਖੋ। ਜੋ ਕੁਝ ਸੀ ਹਾਰ ਸ਼ਿੰਗਾਰ ਸਭ ਕੁਝ ਉਹਨੇ ਨਵੀਂ ਰਾਣੀ ਨੂੰ ਦੇ ਦਿੱਤਾ। ਲੈ ਆ ਤੂੰ ਭਾਈ, ਤੂੰ ਰਾਜੇ ਦੀ ਖੁਸ਼ੀ ਲਈ। ਇੱਕ 9 ਲੱਖਾ ਹਾਰ ਜਿਹੜਾ ਸੀ ਉਹ ਉਹਨੇ ਆਪਣੇ ਵਿਆਹ ਦੀ ਜਿਹੜੀ ਨਿਸ਼ਾਨੀ ਸੀ ਉਹ ਰੱਖ ਲਈ ਆਖੋ ਸਤਿਨਾਮ। ਬਾਕੀ ਸਭ ਕੁਝ ਦੇ ਦਿੱਤਾ। ਤਾਂ ਇੱਕ ਦਿਨ ਕੀ ਹੋਇਆ, ਅਗਲੀ ਬੇਨਤੀ ਕਹਿਣ ਤੋਂ ਪਹਿਲਾਂ ਥੋੜਾ ਨਿੱਕੀ ਰਾਣੀ ਦਾ ਹਾਲ, ਜਿਹੜੀ ਛੋਟੀ ਰਾਣੀ ਸੀ ਨਾ, ਉਹਨੂੰ ਪਤਾ ਲੱਗਿਆ ਵੀ ਉਹਨੇ ਸਾਰਾ ਕੁਝ ਦੇ ਦਿੱਤਾ, ਇੱਕ 9 ਲੱਖਾ ਹਾਰ ਰਹਿ ਗਿਆ ਆਖੋ ਭਾਈ। ਇੱਕ ਦਿਨ ਆਈ, ਆ ਕੇ ਜਦੋਂ ਵੇਖਿਆ ਵੀ ਇਹ ਤਾਂ ਬੜੇ ਬੈਰਾਗ ਵਿੱਚ ਰਹਿੰਦੀ ਆਖੋ ਸਤਿਨਾਮ। ਹਰਦਮ ਅੱਖਾਂ ਵਿੱਚੋਂ ਨੀਰ ਚੱਲ ਰਿਹਾ ਹੈ ਔਰ ਰਸਨਾ ਤੋਂ ਕੀ ਗਾ ਰਹੀ ਹੈ, साची प्रीत हम तुमसे जोर अबर संग जो तुम दीवरा तो हम बाती, जो तुम तीर्थ तो हम जाती। बड़े बैराग विच, बड़े बैराग प्यार दे विच गा रही। जोड़ी मालका सच्ची प्रीत जी मैं तेरे नाल, 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 जोड़ी मालका सच्ची, जोड़ी मालका सच्ची प्रीत जी मैं तेरे नाल, 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 ओ प्रीत जी मैं तेरे नाल, प्रीत जी मैं तेरे नाल, प्रीत जी मैं तेरे नाल, प्रीत जी मैं तेरे नाल। जोड़ी मालका सच्ची प्रीत जी मैं तेरे नाल, जोड़ी मालका सच्ची प्रीत जी मैं तेरे नाल, जोड़ी मालका सच्ची प्रीत जी मैं तेरे नाल, जोड़ी मालका सच्ची प्रीत जी मैं तेरे नाल। मोह लालन संप्रीत बनी तोरी ना टूटे, चोरी ना छूटे, ऐसी माधो खिंच। प्रीत दी गल करदियां कहंदे मैं तो मोल महंगी लई आखू है। ये जिहड़ी गुरसिੱਖੀ है ये एवें नहीं मिलदी हुंदी आखो सतनाम। गुरसिੱਖੀ एवें नहीं मिलदी। मैं तो मोल महंगी लई जी सच्चा, कहने अपना आप गुरु नूं भेंट करके सिੱਖੀ ਲਈ आखो सतनाम। ਤਾਂ ਸਾਧ ਸੰਗਤ ਜੀ ਹੁਣ ਤਾਂ ਉਵੇਂ ਦੇ ਗੁਰਸਿੱਖ ਬਹੁਤ ਵਿਰਲੇ ਟਾਵੇਂ ਰਹਿ ਗਏ ਆਖੋ ਸਤਨਾਮ। ਕਲਯੁਗ ਦਾ ਸਮਾਂ ਹੈ, ਸਮੇਂ ਦਾ ਪ੍ਰਭਾਵ ਸਾਡੇ ਮਨਾਂ ਤੇ ਇੰਨਾ ਪੈ ਚੁੱਕਿਆ ਹੈ
कि जिमें आ बूटे लगे है, तुसीं इन्हां दे नेड़े नासिका करोगे तो ये खुशबू नाल भर दिंदे ने, आप भी खुशबू नाल भरे हुए ने। आखो वाहिगुरू। पर एक गमला अंदर भी पिया मेरे रूम दे विच, वो इहदे नालों चंगा मोटा ताजा एडे एडे फुल ने। आखो वाहिगुरू। पर खुशबू है नहीं उहदे च। आखो सतनाम। तो अज सिख भी आपां जिहड़े आ ना आपां आर्टिफिशियल जे बन गए। आखो वाहिगुरू। बाणी तो बिना अंदर खुशबू नहीं आ सकती, नाम तो बिना अंदर खुशबू आ नहीं सकती। बाणी है नहीं, नाम है नहीं, सिर्फ फेसबुक ते बहसबाजी कर लो। नितनेम 5 बाणियां दा करना चाहिए, नितनेम 3 बाणियां दा करना चाहिए जी। मूल मंत्र इत्थों तक जपना चाहिए, मूल मंत्र इत्थों तक जपना चाहिए। इन्हां गल्लां ते बहसबाजी। आखो सतनाम। अज किसी ने बड़ी भावना नाल लिखिया सी, भाईयां वाले दे वेले नितनेम करया करो। तो थल्ले कोई टकर गया, मैं थोड़ा जिहा पढ़िया, वो कहंदा जी नितनेम दीयां बाणियां किहड़ियां? उन्हें बड़ी भावना नाल दस्सिया भी जपजी साहब, जाप, तप, प्रसाद, सवैये, चौपई, आनंद साहब। तो कहन लगा जी जाप साहब, सवैये, चौपई ये तो गुरु ग्रंथ साहब च है ही नहीं। आखो सत, ये दसम ग्रंथ साहब की बाणी। तो मैं थले लिखा, मैं कहा भाई ये फेसबुक ते नितनेम करने वाले है, इन्हां नाल भरावा तू बहस ना कर। आखो सतनाम। और केवल उन्होंने कुछ नहीं करना हुंदा, वाहिगुरू भी नहीं कहना हुंदा। सुत्ते उठते है बिना ब्रश कीते चाह पी के ते बस उहदे ते ही लग जांदे वेखण भी मसला की चल रहा। आखो वाहिगुरू। होर पल्ले कख नहीं। सो वो रानी जिहड़ी सी ना, उहदे मन विच गुरु गोबिंद सिंह साहब दा प्यार वसिया होया। एक दिन छोटी रानी आई, ये गल कह के फिर मैं संखेप करके समाप्ति कर देनी। तो छोटी रानी आई, जदों उन्होंने पता लग्या भी इहदे कोल 9 लखा हार है। आखो वाहिगुरू। आई भैणे मैं तो तेनों मिलना ही अज, तेनों देखण आई। आखो सतनाम। देख रही ते गल करदियां करदियां कहंदी, तू ते हुण बैराग विच रहनी है, बंदगी विच रहनी है, ते अज 9 लखा हार ये तू की करना? आखो वाहिगुरू। किते मैनू दे, मैं भी पा के वेखा भी मेरी वड्डी भैन दा हार किवें लगदा। आखो वाहिगुरू। कहन लगी, वड्डी रानी समझ गई भी आई तां हार लैनी। आखो सतनाम। तां कहन लगी भी हार ते तू ले जा, पर जे कदे तेरा समा लग्या ना मेरे सिर दे साईं नूं कहीं कदे महलां विच गेड़े ही मार जा। आखो वाहिगुरू। आ ले तू हार ले जा, फिर भी वो मेरा दुनियावी पति है, ते ओनू कहीं कदे इस मेरे बेड़े आके चरनी पा जा। आखो सतनाम। कहनी मैं जरूर आखांगी। जाके गई, जाके कहन लगी अज मैं गई सी, रो रो के शदैन हुई है, कमली हुई है, पागला वांग रहन लग गई। आखो सतनाम। होर ही कुछ। तो खैर संखेप करा, उहदा प्यार किन्ना सी सतगुरु नाल। जदों सतगुरु जी पौंटा साहब तो तुरे ना, ते रायपुर दी रानी दे महलां दे अगों दी लंघना सी, ते रानी पिछे महलां विच रहिंदी सी। आखो वाहिगुरू। वो महल हुण भी है, मैं देखिया होया। आखो वाहिगुरू। तां साध संगत जी राजे ने की कीता, नाल जदों सतगुरु जी दा शाही ठाठ वेखिया, फौजां वेखियां, कलगी जिगा घोड़ सवारी वेखी, तां उहनूं इउं लग्या भी किते मेरे महलां दे उत्ते कब्जा ना कर लैण। उहने वड्डे वड्डे ताले मरवाते। आखो वाहिगुरू। गेट दरवाजे सच्चे पातशाह उधर दी गए ही नहीं, बारों बार उधर एक माल टाकरा साहब उत्थे जाके सज गया। आखो वाहिगुरू। रानी नूं किसी ने आख्या, सतगुरु जी धन गुरु गोबिंद सिंह साहब महाराज आए हुए ने। आखो सतनाम। जिहदे प्यार दे विच रानी तू हर समय अखां भर के गंदी रहनी है ना, किते दर्शन होण, दीदार होण। अज वो मालक आए ने। आखो सतनाम। ते रानी ने अक्सर गाउंदे रहना, उड़ के गुरां नूं मिल जा, जे खम विकदे होण बिजारी। उड़ के गुरां नूं मिल जा, जे खम विकदे होण बिजारी। उड़ के गुरां नूं मिल जा, जे खम विकदे होण बिजारी। उड़ के गुरां नूं मिल जा, जे खम विकदे होण बिजारी।
ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਾਜ਼ਾਰ। ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਾਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ। ਉੱਡ ਕੇ ਗੁਰਾਂ ਨੂੰ ਮਿਲ ਜਾ ਵਿਕਦੇ ਹੋਣ ਬਜ਼ਾਰੀ ਜੇ ਵਿਕਦੇ ਹੋਣ ਬਜ਼ਾਰ। ਵਿਕਦੇ ਹੋਣ ਬਜ਼ਾਰੀ ਜੇ ਖੰਭ ਵਿਕਦੇ ਹੋਣ ਬਜ਼ਾਰੀ। ਵਿਕਦੇ ਹੋਣ ਬਜ਼ਾਰੀ ਜੇ ਖੰਭ ਵਿਕਦੇ ਹੋਣ ਬਜ਼ਾਰੀ। ਵਿਕਦੇ ਹੋਣ ਬਜ਼ਾਰੀ ਜੇ ਵਿਕਦੇ ਹੋਣ ਬਜ਼ਾਰੀ। ਵਿਕਦੇ ਹੋਣ ਬਜ਼ਾਰੀ ਜੇ ਖੰਭ ਵਿਕਦੇ ਹੋਣ ਬਜ਼ਾਰੀ। ਵਿਕਦੇ ਹੋਣ ਬਜ਼ਾਰੀ ਜੇ ਖੰਭ ਵਿਕਦੇ ਹੋਣ ਬਜ਼ਾਰੀ। ਜੇ ਖੰਭ ਵਿਕਦੇ ਹੋਣ ਬਜ਼ਾਰੀ। ਵਿਕਦੇ ਹੋਣ ਬਜ਼ਾਰੀ ਜੇ ਖੰਭ ਵਿਕਦੇ ਹੋਣ ਬਜ਼ਾਰੀ। ਜੇ ਖੰਭ ਵਿਕਦੇ ਹੋਣ। ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਖੰਭ ਵਿਕੰਦੜੇ ਜੇ ਲਹਾਂ ਕਿਨਾ ਸਾਮੀ ਤੋਲ। ਤਨ ਜੜਾਈ ਆਪਣੇ ਲਹਾਂ ਸੇ ਸੱਜਣ ਢੋਲ। ਤਾਂ ਰਾਣੀ ਦੀ ਅਵਸਥਾ ਇਹ ਸੀ ਵੀ ਕਿਤੇ ਖੰਭ ਮਿਲ ਜਾਣ ਮੈਂ ਉੱਡ ਕੇ ਪਹੁੰਚ ਜਾ ਕੋ ਵਾਹਿਗੁਰੂ। ਬਾਣੀ ਪੜਨ ਦਾ ਕੀ ਲਾਹਾ ਹੈ। ਇੱਕ ਵਾਰ ਜ਼ਿਕਰ ਹੁੰਦਾ ਵੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਾਰਦ ਮੁਨੀ ਆਏ ਆਖੋ ਵਾਹਿਗੁਰੂ। ਤਾਂ ਆ ਕੇ ਉਹਨਾਂ ਨੇ ਇੱਕ ਪੰਛੀ ਦੇ ਖੰਭ ਭੇਂਟ ਕੀਤੇ। ਇੱਕ ਪੰਛੀ ਦੇ ਖੰਭ ਭੇਂਟ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਗੇ ਸਾਧ ਸੰਗਤ ਜੀ ਤੀਰ ਛੱਡਿਆ ਕਰਨਾ। ਕਦੇ ਪ੍ਰਸ਼ਾਦੀ ਹਾਥੀ ਨੇ ਚੁੱਕ ਲਿਆਉਣਾ, ਕਦੇ ਸਿੰਘਾਂ ਨੇ ਲੱਭ ਲਿਆਉਣਾ। ਕਿਉਂ ਮਹਾਰਾਜ ਦੇ ਤੀਰ ਦੀ ਅਲੱਗ ਹੀ ਪਛਾਣ ਸੀ। ਉਹ ਕੀ ਸੋਨਾ ਲੱਗਾ ਹੁੰਦਾ ਸੀ। ਆਖੋ ਵਾਹਿਗੁਰੂ। ਤਾਂ ਸਾਧ ਸੰਗਤ ਜੀ ਆਖੋ ਵਾਹਿਗੁਰੂ। ਦੇਖੋ ਜਿਵੇਂ ਮੈਂ ਜੋਕ ਸੁਣਾਉਣਾ ਕੋ ਸਤਨਾਮ, ਇਹ ਆਪਣਾ ਮਜ਼ਾ ਲੈ ਰਹੇ ਹੁੰਦੇ ਪਿੱਛੇ ਬੈਠੇ। ਆਖੋ ਵਾਹਿਗੁਰੂ। ਤਾਂ ਸਾਧ ਸੰਗਤ ਜੀ ਗੱਲ ਕੀ ਚੱਲਦੀ ਸੀ ਇਹਦੇ ਵਾਹਿਗੁਰੂ। ਆਖੋ ਵਾਹਿਗੁਰੂ। ਚੇਤੇ ਤੁਹਾਨੂੰ ਵੀ ਤਾਂ ਤੀਰ ਕਦੇ ਸਿੰਘਾਂ ਨੇ ਲਿਆਉਣੇ ਤੇ ਕਦੇ ਸਾਧ ਸੰਗਤ ਜੀ ਪ੍ਰਸ਼ਾਦੀ ਹਾਥੀ ਨੇ ਤੀਰ ਲੱਭ ਲਿਆਉਣਾ। ਤਾਂ ਸਤਿਗੁਰੂ ਜੀ ਜਦੋਂ ਸਿੱਖਾਂ ਨੇ ਪੁੱਛਿਆ ਵੀ ਬਾਣੀ ਪੜਨ ਨਾਲ ਕੀ ਹੁੰਦਾ ਹੈ, ਗੱਲ ਇੱਥੋਂ ਚੱਲੀ ਸੀ ਨਾ ਬਾਣੀ ਪੜਿਆ ਕਰੋ ਤੇ ਬਾਣੀ। ਉੱਥੋਂ ਫਿਰ ਆਪਾਂ ਗਾਂ ਦੀ ਗਾਂ ਬਾਈਪਾਸ ਹੁੰਦੇ ਰਾਏਪੁਰ ਦੀ ਰਾਣੀ ਵੱਲ ਪਹੁੰਚ ਗਿਆ। ਆਖੋ ਵਾਹਿਗੁਰੂ। ਤਾਂ ਬਾਣੀ ਪੜਿਆ ਕਰੋ, ਬਾਣੀ ਸੁਣਿਆ ਕਰੋ ਵੀ ਮਹਾਰਾਜ ਬਾਣੀ ਪੜਨ ਨਾਲ ਕੀ ਹੁੰਦਾ। ਤਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਅੱਜ ਕੀ ਕੀਤਾ, ਜਦੋਂ ਤੀਰ ਛੱਡੇ ਨਾ ਤਾਂ ਨਾਲ ਉਹ ਖੰਭ ਬੰਨ ਦਿੱਤੇ। ਖੰਭ ਬੰਨੇ, ਤੀਰ ਛੱਡਿਆ, ਜਾਓ ਸਿੰਘੋ ਭਾਈ ਲੱਭ ਕੇ ਲਿਓ।
ਦੇਖਦਿਆਂ ਦੇਖਦਿਆਂ ਤੀਰ ਅਦ੍ਰਿਸ਼ ਹੋ ਗਏ, ਦਿਸ ਨਹੀਂ ਰਹੇ। ਸਿੰਘ ਫਿਰ ਵੀ ਉਸ ਦਿਸ਼ਾ ਵਿੱਚ ਗਏ। ਸ਼ਾਮ ਨੂੰ ਆਥਣ ਨੂੰ ਮੁੜ ਕੇ ਆ ਗਏ, ਕਹਿੰਦੇ ਮਹਾਰਾਜ ਜੀ ਤੀਰ ਨਹੀਂ ਲੱਭੇ। ਆਖੋ ਭਾਈ ਤੀਰ ਲੱਭੇ ਹੀ ਨਹੀਂ, ਅੱਜ ਸਾਨੂੰ ਕਿੱਥੇ ਗਏ। ਸਤਿਗੁਰੂ ਜੀ ਕਹਿੰਦੇ ਲੱਭਣੇ ਸੀ। ਮਹਾਰਾਜ ਲੱਭੇ ਬਹੁਤ, ਪਰ ਲੱਭੇ ਨਹੀਂ। ਹੋਇਆ ਕੀ? ਗੁਰੂ ਸਾਹਿਬ ਕਹਿਣ ਲੱਗੇ, ਜਿਵੇਂ ਖੰਭ ਤੀਰਾਂ ਲੈ ਜੀ ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਲੈ ਕੇ ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਲੈ ਕੇ ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਲੈ ਕੇ ਬਾਣੀ ਲੈ ਜੂ ਸੱਚ ਖੰਡ ਬਾਣੀ ਲੈ ਜਾ ਸੱਚ ਖੰਡ। ਜਿਵੇਂ ਖੰਭ ਤੀਰਾਂ ਨੂੰ ਲੈ ਗਏ, ਤੀਰਾਂ ਨੂੰ ਲੈ ਗਏ, ਤੀਰਾਂ ਨੂੰ ਲੈ ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਨੂੰ ਲੈ ਗਏ, ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਨੂੰ ਲੈ ਗਏ ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਨੂੰ ਲੈ ਗਏ ਬਾਣੀ ਲੈ ਜੂ ਸੱਚ ਖੰਡ ਨੂੰ। ਪਿਆਰੇ ਜੀ ਬਾਣੀ ਲੈ ਜੂ ਸੱਚ ਖੰਡ। ਪਿਆਰੇ ਜੀ ਬਾਣੀ ਲੈ ਜੂ ਸੱਚ ਖੰਡ। ਪਿਆਰੇ ਜੀ ਬਾਣੀ ਲੈ ਜੂ ਸੱਚ ਖੰਡ ਨੂੰ। ਪਿਆਰਿਆ ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਨੂੰ ਲੈ ਗਏ, ਤੀਰਾਂ ਨੂੰ ਲੈ ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਨੂੰ ਲੈ ਗਏ, ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਨੂੰ ਲੈ ਗਏ ਬਾਣੀ ਲੈ ਜੂ ਸੱਚ ਖੰਡ ਨੂੰ। ਜਿਵੇਂ ਖੰਭ ਤੀਰਾਂ ਨੂੰ ਲੈ ਗਏ ਬਾਣੀ ਲੈ ਜੂ ਸੱਚ ਖੰਡ ਨੂੰ। ਲੈ ਬਾਣੀ ਕਹਿੰਦੇ ਜਿਵੇਂ ਖੰਭ ਤੀਰਾਂ ਨੂੰ ਲੈ ਗਏ, ਐਵੇਂ ਬਾਣੀ। ਹੁਣ ਖੰਭ ਤੀਰਾਂ ਨੂੰ ਲੈ ਕੇ ਕਿੱਥੇ ਗਏ? ਆਖੋ ਭਾਈ ਉਹ ਹੁਮਾਯੂੰ ਪੰਛੀ ਦੇ ਖੰਭ ਸੀ। ਤਾਂ ਵੇਦ ਸ਼ਾਸਤਰ ਇਹ ਗੱਲ ਕਹਿੰਦੇ ਆ ਵੀ ਹੁਮਾਯੂੰ ਪੰਛੀ ਦੇ ਖੰਭਾਂ ਵਿੱਚ ਗੁਣ ਹੈ ਵੀ ਜਿਵੇਂ ਚੁੰਬਕ ਲੋਹੇ ਨੂੰ ਆਪਣੇ ਵੱਲ ਖਿੱਚਦੀ ਹੈ, ਤੁਸੀਂ ਉਹਦੇ ਖੰਭ ਨੂੰ ਇਉਂ ਛੱਡੋਗੇ ਤਾਂ ਜਿੱਥੇ ਪੰਛੀ ਬੈਠਾ ਹੈ ਖੰਭ ਨੇ ਉਧਰ ਨੂੰ ਇੱਕਦਮ ਉਧਰ ਨੂੰ ਜਾਣਾ। ਆਖੋ ਭਾਈ ਤਾਂ ਮਹਾਰਾਜ ਕਹਿੰਦੇ ਭਾਈ ਜਿੱਥੇ ਪੰਛੀ ਹੈ ਖੰਭ ਤਾਂ ਉੱਥੇ ਪਹੁੰਚ ਗਿਆ। ਆਖੋ ਸਤਿਨਾਮ ਸ੍ਰੀ ਵਾਹ। ਤਾਂ ਇਸੇ ਤਰ੍ਹਾਂ ਹੁਣ ਧਿਆਨ ਦਿਓ। ਆਖੋ ਵਾਹਿਗੁਰੂ ਜਿੱਥੋਂ ਖੰਭ ਆਏ ਸੀ ਤੀਰ ਵੀ ਉੱਥੇ ਤੁਰ ਗਿਆ। ਤਾਂ ਬਾਣੀ ਕਿੱਥੋਂ ਆਈ ਹੈ? ਸੱਚਖੰਡ। ਵਾਹ ਵਾਹ ਬਾਣੀ ਨਿਰੰਕਾਰ ਨਿਰੰਕਾਰ ਸੱਚਖੰਡ ਵਸੈ। ਕਹਿੰਦੇ ਇਹ ਬਾਣੀ ਸੱਚਖੰਡ ਤੋਂ ਆਈ ਹੈ। ਬੰਦਿਆ ਜੇ ਤੂੰ ਪੜ੍ਹੇਗਾ ਤਾਂ ਇਹ ਬਾਣੀ ਮਰਨ ਤੋਂ ਬਾਅਦ ਨਹੀਂ, ਤੈਨੂੰ ਜਿਉਂਦੇ ਜੀ ਸੱਚਖੰਡ ਲੈ ਜਾਊਗਾ। ਆਖੋ ਵਾਹਿਗੁਰੂ ਜਿਉਂਦੇ ਜੀ ਪਰਿਵਾਰ ਵਿੱਚ ਰਹਿੰਦੇ ਆ, ਜ਼ਿੰਮੇਵਾਰੀਆਂ ਨਿਭਾਉਂਦੇ ਆ, ਧੀਆਂ ਪੁੱਤਰ ਪਾਲਦੇ ਆ, ਇਹ ਬਾਣੀ ਤੇਰੀ ਸੁਰਤ ਨੂੰ ਸੱਚਖੰਡ ਦਾ ਵਾਸੀ ਬਣਾ ਦੇਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਬਾਣੀ ਤਾਂ ਬਹੁਤ ਪੜ੍ਹਦੇ ਆ, ਧਿਆਨ ਨਹੀਂ ਲੱਗਦਾ। ਆਖੋ ਵਾਹਿਗੁਰੂ
कहते ऐ करो कोई 2-4 बंदे सद के लियाओ जिहड़े भंग पींदे होण, आखो वाहिगुरू। लै आंदे तो साध संगत जी उन्होंने घोट के देती, लो बई आ फड़ो आपे घोट लो तेन पीओ। तो महाराज ने कहा भी जो उन्होंने घोटा ला लिया, आखो वाहिगुरू, कहते भी इहदियां कुरलियां करनियां, पीनी नहीं, आखो वाहिगुरू। तो चलो जी अद्धी बाल्टी उन्होंने मुकाती, मुँह च पाया करन कुरली कर दिया कर, मुँह च पाया। महाराज कहते किन्ना क नशा हो गया? कहते महाराज सारी ओ पई है, नशा काहदे नाल होना? आखो सत। ये तो असी जो अंदर जाओ फिर तां ही है ना, आखो वाहिगुरू। उदन बाबा शेर सिंह हसन लगे, कहते रगड़ा लवा दिए, जां ते लैंडर सारे ही पै जू ते जां कहणगे भी कल तो, आखो वाहिगुरू। भी जिधर नूं सुरत जुड़ गई तो उधर नहीं जुड़ जानी उहदे नाल, आखो वाहिगुरू। कहंदे है भी वेख्या ते है नहीं मैं कदे भी जे बंदा रोए तो रोई जांदा, हसे तो हसी जांदा, आखो सतनाम श्री वाहिगुरू। वैसे मैं एक गल दसां, ये बंदे दे पीण वाली है ही नहीं। मझां नूं तुसीं हफ्ता भुखे रख लो ते उन्हां दे अगे आप वढ के पा दिओ, जे एक दाना खा जाण तां कह दिओ, आखो वाहिगुरू। उन्हां नूं तां पता है, पर बंदा बेचारा चलो आखो सतनाम है जी। आ जिहड़ा दूजा सिस्टम ਇਹ ਤੁਸੀਂ ਅੱਜ ਇੱਥੇ ਸੂਰ ਗੰਦਗੀ ਖਾਂਦਾ ਹੋਵੇ ਨਾ, ਸੂਰ ਵਿਸ਼ਟਾ ਖਾਂਦਾ ਨਾ, ਬੰਦੇ ਦਾ ਮਲ ਸੂਰ ਖਾਂਦਾ, ਉਹਦੇ ਤੇ 2-4 ਦਾਣੇ ਸਟਾ ਦਿਓ, ਸੂਰ ਐਂ ਕਰਕੇ ਪਚ ਜੂ, ਉਹ ਗੰਦਗੀ ਨਾ ਖਾਊ, ਆਖੋ ਵਾਹਿਗੁਰੂ। ਪਰ ਬੰਦਾ ਇੱਕ ਕਹਿੰਦਾ ਸੁਣਾਇਆ, ਕਹਿੰਦੇ ਮਹਾਰਾਜ ਦਾ ਜਿਹੜਾ ਘੋੜਾ ਸੀ ਨਾ ਜੀ, ਉਹ ਨੀਲਾ ਤੰਬਾਕੂ ਦੇ ਖੇਤ ਕੋਲੋਂ ਨਾ ਲੰਘੇ, ਕਹਿੰਦੇ ਤਾਂ ਹੀ ਇਹ ਮਲ ਮਲ ਕੇ ਖਤਮ ਕਰ ਦੇਣਾ, ਆਖੋ ਵਾਹਿਗੁਰੂ, ਇਹ ਛੱਡਣਾ ਹੀ ਨਹੀਂ, ਆਖੋ। सो कहानी की सी, गुरु दी हजूरी च दा नाम लेना भी पाप, आखो सतनाम श्री वाहिगुरू। इस्लाम ये मानदा है कि जेड़ा बंदा इहदा सेवन करदा है, इस्लाम दी कुरान शरीफ शरह ये कहंदी है कि साडे फरिश्ते उहदी जान कड्ढण भी नहीं जांदे, आखो वाहिगुरू। खैर चलो अज मेरा विशा नशियां दा नहीं, आखो सतनाम श्री वाहिगुरू। पहला बहुत बोलदा हुंदा सी पूरा खुल खुल के, आखो वाहिगुरू, ते बड़े हटे भी आ सुन सुन के। तो साध संगत जी कहने महाराज आओ पैसा पीती तो है ही, पिए तो नशा हो। तब महाराज ने क्या सिखो आही कहानी है, बाणी नूं पढ़दे आ, पर जेड़े मन ने बाणी नूं अंदर पवाउणा है ना, आखो वाहिगुरू, वो तो बेचारा मुद्दा होया पिया हुंदा, वो तो लभ रहा हुंदा भी छेती पाठ पूरा कर ला, मैं जवाक दी परौंठी पकाउणी है जी, आखो वाहिगुरू, मैं फलाना काम करना, मैं दुकान खोलनी है, मैं खेत जाना है। ते मेरे वर्गे नूं भी हुंदा भी छेती छेती कर लो, कोई मिलण वाला ही आ जांदा, काम चलदा, 2 रुपये फड़ाऊ, आखो वाहिगुरू। तो मन जिहड़ा वो तां मुद्दा होया पिया हुंदा ना, वो तां बाणी नूं अपने अंदर पवाउंदा ही नहीं, आखो वाहिगुरू। तां महाराज कहंदे है बई तूं उस समय अपने भांडे नूं सीधा रख, आखो सतनाम। फिर पढ़दा हुंदा सी ढड्डरियां वाला, तो शब्दी कर लिशकाला सतगुर फेरा पावन गया, आखो वाहिगुरू। तो जदों धो के अंदर आप लिशका लिया, तो फिर मालक चरण टकाएगा ही टकाएगा, आखो सतनाम। तो साही पूरी करिए। सतगुरु जी बारों बार लंघ गए, महलां दे कोल लंघे ही ना, ते रानी नूं जदों आख्या ना भी सच्चे पातशाह है, रानी गई, अलमस्त सी, नाम दे विच रसी हुई सी, आखो वाहिगुरू। आ उहदा अर्थ है जिहड़े अज तुसीं दिखाया सी, पीओ मधुरो मन मत मारो, आखो वाहिगुरू। नाम दा रस पी के जिवें एक शराबी नूं नशा हो जांदा है, इउं नाम दे रस दे विच रसी हुई सी रायपुर दी रानी, आखो वाहिगुरू। सतगुरु जी विराजमान ने बारे बार ते जाके ऐ फड़ के कहंदी चलो महलां च चलो, आखो सतनाम। किन्ना उहदे अंदर प्रेम होएगा जिहड़ा गुरु साहब नूं ऐ फड़ के कहा महाराज चलो। ते सतगुरु जी उठ के नाल तुर पे, महलां दे दरवाजे खुल चुके सन ते उस पावन स्थान दे मैं दर्शन कीते आ, जिवें महलां दा दरवाजा हुंदा वड्डा सारा दरवाजा। जदों पातशाह नीले ते सवार हो के उहदे अंदरों ऐ बड़े ही ना, तां अगे इक त्रिवेणी सी, आखो वाहिगुरू, पिपल बोर्ड ते निम। तां जदों पातशाह ने चरण टकाए, वो त्रिवेणी ने ऐ महाराज दे चरनां ते झुक गई, आखो वाहिगुरू। वो त्रिवेणी जिहड़ी सी वो गुरु साहब दे अज भी तुसीं चंडीगढ़ तो उतरले पासे 35 किलोमीटर ते है, अज भी वो त्रिवेणी उवें झुकी हुई, आखो वाहिगुरू। ते रायपुर दी रानी ने जिहड़ा इन्ना कुच्चा थड़ा बनाया सी,
ਤੇ ਛੋਟਾ ਜਿਹਾ ਉਹਦੇ ਉੱਤੇ ਜਿਵੇਂ ਆਪਣੀ ਮਟੀਲੀ ਸਾਹਿਬ ਹੈ ਇਹਦੇ ਨਾਲੋਂ ਬਹੁਤ ਛੋਟਾ ਉੱਤੇ ਉਹਨੇ ਕਵਰ ਕੀਤਾ ਸੀ ਵੀ ਮਹਾਰਾਜ ਆਉਣਗੇ ਤੇ ਇੱਥੇ ਪਾਵਾਂਗੇ। ਉਹ ਜਗ੍ਹਾ ਉਹ ਆਸਣ ਅੱਜ ਵੀ ਉਵੇਂ ਹੀ ਆਖੋ ਵਾਹਿਗੁਰੂ ਅੱਜ। ਤੇ ਜਿਹੜੇ ਕਮਰਿਆਂ 'ਚ ਸੱਚੇ ਪਾਤਸ਼ਾਹ ਨੇ ਚਰਨ ਪਾਏ ਉਹੀ ਛੱਤਾਂ ਨੇ ਉਹੀ ਕੰਧਾਂ ਨੇ ਤੇ ਉਹ ਅੱਜ ਵੀ ਉਵੇਂ ਹੀ ਆਖੋ ਸਤਿਨਾਮ। ਬੜਾ ਲੰਮਾ ਸਮਾਂ ਉਵੇਂ ਜਿਵੇਂ ਬੰਦ ਰਿਹਾ, ਸੰਗਤਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਜਾਂਦੇ ਸੀ। ਤੋਂ ਨਾਭੇ ਦੇ ਕੋਲ ਇੱਕ ਪਰਿਵਾਰ ਰਹਿੰਦਾ, ਉਹਦੇ ਸੁਪਨੇ ਵਿੱਚ ਉਹ ਜਗ੍ਹਾ ਆਉਂਦੀ ਸੀ ਆਖੋ ਵਾਹਿਗੁਰੂ। ਉਹਨਾਂ ਨੇ ਲੱਭਣਾ ਕਰਨਾ ਵੀ ਇਹ ਜਗ੍ਹਾ ਕਿੱਥੇ ਹੈ। ਇੱਕ ਵਾਰ ਫਿਰ ਗਿਆਨੀ ਠਾਕੁਰ ਸਿੰਘ ਜੀ ਮਹਾਂਪੁਰਖ ਨਾਭਾ ਸਾਹਿਬ ਗੁਰਦੁਆਰੇ ਉਹਨਾਂ ਨੇ ਕਥਾ ਕੀਤੀ ਤੇ ਉਹਨਾਂ ਨੇ ਸੋਹਣਾ ਮੋਹਣਾ ਦਾ ਪ੍ਰਸੰਗ ਸੁਣਾਇਆ ਤੇ ਉਹ ਜਿਹੜਾ ਦ੍ਰਿਸ਼ ਸੀ ਨਾ ਵਾਲਾ ਵੀ ਐ ਤ੍ਰਿਵੇਣੀ ਝੁਕ ਗਈ, ਇਸ ਤਰ੍ਹਾਂ ਆਸਣ ਬਣਿਆ, ਜਦੋਂ ਦੱਸਿਆ ਤੇ ਉਹ ਮਿਲੇ, ਕਹਿੰਦੇ ਮਹਾਂਪੁਰਖੋ ਸਾਡੇ ਸੁਪਨਿਆਂ ਵਿੱਚ ਜਗ੍ਹਾ ਆਉਂਦੀ ਆਖੋ ਵਾਹਿਗੁਰੂ। ਫਿਰ ਉਹ ਜਦੋਂ ਉਹਨਾਂ ਨੇ ਜਾ ਕੇ ਵੇਖਿਆ ਨਾ ਬਾਹਰੋਂ ਉਹ ਲੋਹੇ ਦੇ ਗੇਟ ਦੇ ਵਿੱਚੋਂ ਅੰਦਰ ਦਰਸ਼ਨ ਕੀਤੇ ਤੇ ਉੱਥੇ ਉਹਨਾਂ ਦਾ ਬੈਰਾਗ ਦੇ ਵਿੱਚ ਬੁਰਾ ਹਾਲ ਹੋ ਗਿਆ ਵੀ ਆਹ ਜਗ੍ਹਾ ਇਹ ਤਾਂ ਸਾਨੂੰ ਸਾਰੀ ਉਮਰ ਹੋ ਗਈ ਲੱਭਦੇ ਆਖੋ ਵਾਹਿਗੁਰੂ। ਫਿਰ ਉਹਨਾਂ ਨੇ ਉਸ ਰਾਜੇ ਦਾ ਜਿਹੜਾ ਹੁਣ ਵਾਲਾ ਪਰਿਵਾਰ ਹੈ ਨਾ ਉਹ ਮੀਆਂ ਬੀਬੀ ਨੇ ਜਾ ਕੇ ਉਹਨਾਂ ਦੇ ਤਰਲੇ ਕਰਨੇ ਵੀ ਸਾਨੂੰ ਉੱਥੋਂ ਕੁਝ ਨਹੀਂ ਚਾਹੀਦਾ। ਉਹ ਚੰਡੀਗੜ੍ਹ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਭਾਈ ਸਾਹਿਬ ਜੌਬ ਕਰਦੇ ਸੀ, ਸ਼ਾਇਦ ਹੁਣ ਰਿਟਾਇਰਡ ਹੋ ਗਏ ਹੋਣਗੇ। ਤਾਂ ਉਹਨਾਂ ਨੇ ਜਾ ਕੇ ਤਰਲੇ ਕਰਿਆ ਕਰਨੇ ਵੀ ਸਾਨੂੰ ਉੱਥੇ ਸੇਵਾ ਕਰ ਲੈਣ ਦਿਓ। ਉਹ ਬੀਬੀ ਨੇ ਫਿਰ ਜਿਵੇਂ ਸਿੰਘ ਬੰਦੇ ਪਾਉਂਦੇ ਆ ਨਾ ਉਹ ਰਬੜ ਵਾਲੇ ਬੂਟ ਪਾ ਹੱਥਾਂ ਨਾਲ ਉਹ ਬੀਬੀ ਨੇ ਵੀ ਉੱਥੇ ਮਰਦਾਂ ਵਾਂਗ ਕੰਮ ਕਰਿਆ ਕਰਿਆ ਤੇ ਜਿੰਨੀ ਉਹਨਾਂ ਦੀ ਤਨਖਾਹ ਸੀ ਹਰ ਮਹੀਨੇ 30-35 ਹਜ਼ਾਰ ਮਿਲਦਾ ਉਹ ਸਾਰਾ ਉੱਥੇ ਹੀ ਲਾਈ ਜਾਇਆ ਕਰਦੇ ਆਖੋ ਸਤਿਨਾਮ। ਉਹਨਾਂ ਨੇ ਕਹਿਣਾ ਸਾਨੂੰ ਇਹ ਸੁਪਨਿਆਂ ਵਿੱਚ ਆਉਂਦੀ ਹੈ ਤੇ ਮੈਂ ਉਹਨਾਂ ਨੂੰ ਹੱਸ ਕੇ ਕਹਿਣਾ ਹੋ ਸਕਦਾ ਕਿਤੇ ਤੁਸੀਂ ਸੋਹਣਾ ਮੋਹਣੀ ਦੁਬਾਰਾ ਆ ਗਿਆ ਹੋਵੋ ਆਖੋ ਸਤਿਨਾਮ। ਤੋ ਉਹ ਪਰਿਵਾਰ ਦੇ ਤਰਲੇ ਕਰ ਕਰਕੇ ਉਹਨਾਂ ਨੇ ਉਹ ਜਗ੍ਹਾ ਸੰਗਤਾਂ ਲਈ ਖੁਲਵਾਈ ਹੈ। ਤਾਂ ਹੁਣ ਸੰਗਤਾਂ ਉੱਥੇ ਜਾਂਦੀਆਂ ਨੇ, ਹੁਣ ਕੋਈ ਰੋਕ ਟੋਕ ਨਹੀਂ, ਦਰਸ਼ਨ ਮੇਲੇ ਕਰਦੀਆਂ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ। ਆਓ 9:35 ਕਰਨ ਦਾ ਸਮਾਂ ਹੋ ਚੁੱਕਿਆ, 40 ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ। ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਜਾਚ ਸਿੱਖੀ ਸਿੱਧ ਭਰੋਸਾ ਬਖਸ਼ਿਸ਼ ਕਰਨ। ਆਪ ਸਭ ਨੂੰ ਸਤਿਗੁਰੂ ਦੇ ਸੋਹਣੇ ਦਰਬਾਰ ਦਾ ਲੈਂਟਰ ਪੈ ਚੁੱਕਿਆ, ਉਹਦੀ ਬਹੁਤ ਬਹੁਤ ਵਧਾਈ ਹੋਈ। ਸਾਰਿਆਂ ਨੇ ਤਨ ਮਨ ਧਨ ਨਾਲ ਜਿੰਨੀ ਯਥਾ ਸ਼ਕਤ ਸੀ ਉਨੀਆਂ ਸੇਵਾਵਾਂ ਕੀਤੀਆਂ। ਸਤਿਗੁਰੂ ਜੀ ਸਾਰਿਆਂ ਦੀ ਕਾਲ ਸੇਵਾ ਥਾਈਂ ਪਾਉਣ ਔਰ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਆਪਾਂ ਨੂੰ ਆਪਣੀ ਸੇਵਾ ਦੇ ਵਿੱਚ ਲਾ ਕੇ ਰੱਖਣ। ਸੋ ਸਾਰੀਆਂ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਹੈ। ਅਗਲੀ ਜਿਹੜੀ 10ਵੀਂ ਹੈ ਉਹ ਹੈ 5 ਸਤੰਬਰ ਦੀ ਆਖੋ ਵਾਹਿਗੁਰੂ। ਤਾਂ ਪਰ ਆਪਾਂ ਸਮਾਗਮ ਕਰਾਂਗੇ 7 ਸਤੰਬਰ ਦਾ, ਉਸ ਦਿਨ ਬੁੱਧਵਾਰ ਹੈ। ਤੋਂ 5 ਨੂੰ ਮੇਰਾ ਮਨ ਹੈ ਜੇ ਆਪ ਸਭ ਸੰਗਤਾਂ ਅਸੀਸ ਬਖਸ਼ੋਗੇ ਤਾਂ ਉਸ ਦਿਨ ਆਪਾਂ ਅਖੰਡ ਪਾਠ ਸਾਹਿਬ ਪ੍ਰਾਰੰਭ ਕਰ ਲਈਏ। ਤਾਂ 7 ਤਰੀਕ ਨੂੰ ਸ਼ਾਮ ਨੂੰ ਨਾਲੇ ਭੋਗ ਪੈ ਜਾਣਗੇ। ਤਾਂ ਨਾਲੇ ਗਿਆਨੀ ਬਾਬਾ ਜੀਵਾ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਆ ਕੇ ਕਥਾ ਵਿਚਾਰ ਸਰਵਣ ਕਰਾਉਣੀ ਹੈ। ਹੋਰ ਗੁਰਮੁਖ ਪਿਆਰਿਆਂ ਤੋਂ ਲਾਹਾ ਲਵਾਂਗੇ ਜਿਵੇਂ ਸੱਚੇ ਪਾਤਸ਼ਾਹ ਨੇ ਚਾਹਿਆ। ਤੋ ਉਹ ਜਿਵੇਂ ਵੀ ਹੋਇਆ ਆਪ ਸਭ ਸੰਗਤਾਂ ਉਹਦੀ ਵਿਚਾਰ ਕਰਨਾ। ਵੈਸੇ ਵੀ ਮੈਨੂੰ ਲੱਗਦਾ ਫਰਵਰੀ ਤੋਂ ਬਾਅਦ ਅਖੰਡ ਪਾਠ ਸਾਹਿਬ ਕਰਵਾਏ ਨਹੀਂ ਸ਼ਾਇਦ, ਚੇਤ 14 ਤੇ ਹੋਈ ਸੀ ਸ਼ਾਇਦ। ਆਖੋ ਸਤਿਨਾਮ। ਪਤਾ ਹੀ ਨਹੀਂ ਲੱਗਿਆ।